ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਜੀ ਤੁਹਾਡੇ ਆਪਣੇ YouTube ਚੈਨਲ ਸਟੱਡੀ ਟੇਬਲ ਵਿਦ ਐਸਕੇ ਦੇ ਵਿੱਚ। ਆਪਾਂ ਪੋਲੀਟੀਕਲ ਸਾਇੰਸ ਦੇ ਵਿੱਚ ਉਹਦੇ ਟੌਪਿਕ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਸਵਰਾਜ ਪਾਰਟੀ ਅਤੇ ਸਾਈਮਨ ਕਮਿਸ਼ਨ ਬਾਰੇ ਜਿਹੜਾ ਆਪਾਂ ਪੜ੍ਹਿਆ। ਤੇ ਉਸ ਤੋਂ ਬਾਅਦ ਆਪਣਾ ਜਿਹੜਾ ਇਹ ਟੌਪਿਕ ਚੱਲ ਰਿਹਾ ਸੀਗਾ ਗਾਂਧੀ ਯੁੱਗ ਬਾਰੇ ਚੱਲ ਰਿਹਾ ਸੀਗਾ। ਤਾਂ ਉਸ ਤੋਂ ਬਾਅਦ ਅੱਜ ਆਪਣਾ ਨੈਕਸਟ ਟੌਪਿਕ ਜਿਹੜਾ ਹੈਗਾ ਉਸ ਦੇ ਅੰਡਰ ਹੀ ਜਿਹੜਾ ਉਹ ਹੈ ਨਹਿਰੂ ਸਮਿਤੀ ਰਿਪੋਰਟ। ਨਹਿਰੂ ਸਮਿਤੀ ਰਿਪੋਰਟ ਨੂੰ ਆਪਾਂ ਅੱਜ ਪੜ੍ਹਦੇ ਹਾਂ। ਤਾਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਜਦੋਂ ਭਾਰਤ ਵਾਸੀਆਂ ਨੇ ਸਾਈਮਨ ਕਮਿਸ਼ਨ ਦੇ ਵਿੱਚ ਕੁਝ ਭਾਰਤ ਵਾਸੀਆਂ ਦੇ ਨਿਯੁਕਤ ਕੀਤੇ ਜਾਣ ਦੀ ਮੰਗ ਕੀਤੀ ਤਾਂ ਭਾਰਤੀ ਮੰਤਰੀ ਜਿਹੜਾ ਸੀਗਾ ਲਾਰਡ ਬਰਕਿਨਹੈਡ ਉਸਨੇ ਭਾਰਤੀਆਂ ਨੂੰ ਇੱਕ ਚੁਣੌਤੀ ਦਿੱਤੀ ਸੀਗੀ। ਸਾਈਮਨ ਕਮਿਸ਼ਨ ਦੇ ਬਾਈਕਾਟ ਦੇ ਸਮੇਂ ਉਸਨੇ ਕਿਹਾ ਸੀਗਾ ਕਿ ਭਾਰਤ ਵਾਸੀ ਖੁਦ ਕੋਈ ਅਜਿਹਾ ਸੰਵਿਧਾਨ ਤਿਆਰ ਨਹੀਂ ਕਰ ਸਕਦੇ ਜੋ ਭਾਰਤ ਦੇ ਸਮੁੱਚੇ ਰਾਜਨੀਤਿਕ ਦਲਾਂ ਨੂੰ ਜਿਹੜਾ ਮਨਜ਼ੂਰ ਹੋਵੇ। ਭਾਰਤ ਦੇ ਸਾਰੇ ਨੇਤਾਵਾਂ ਨੇ ਇਸ ਚੁਣੌਤੀ ਨੂੰ ਜਿਹੜਾ ਸਵੀਕਾਰ ਕੀਤਾ ਅਤੇ 12 ਫਰਵਰੀ 1928 ਨੂੰ ਕਾਂਗਰਸ ਨੇ ਦਿੱਲੀ ਵਿੱਚ ਇੱਕ ਸਰਵਦਲੀ ਸੰਮੇਲਨ ਬੁਲਾਇਆ ਜਿਸ ਦੇ ਵਿੱਚ ਕਿ ਭਾਰਤ ਦੇ 29 ਦਲਾਂ ਅਤੇ ਰਾਜਨੀਤਿਕ ਸੰਸਥਾਵਾਂ ਨੇ ਜਿਹੜਾ ਹਿੱਸਾ ਲਿਆ। ਇਹ ਕਦੋਂ ਬੁਲਾਈ ਗਈ ਰਿਪੋਰਟ? 12 ਫਰਵਰੀ 1928 ਨੂੰ ਜਿਹੜੀ ਹੈ ਇਹ ਮੀਟਿੰਗ ਬੁਲਾਈ ਗਈ। ਤਾਂ ਇਸ ਸੰਮੇਲਨ 'ਚ ਜਿਹੜਾ ਹੈ ਭਾਰਤੀ ਮੰਤਰੀ ਦੀ ਚੁਣੌਤੀ ਦਾ ਉੱਤਰ ਦੇਣ ਲਈ ਜਿਹੜਾ ਹੈ ਉਹ ਪੰਡਿਤ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਵਿੱਚ ਇੱਕ ਸਮਿਤੀ ਦੀ ਸਥਾਪਨਾ ਕੀਤੀ ਗਈ ਜਿਸ ਨੂੰ ਭਾਰਤ ਲਈ ਸੰਵਿਧਾਨ ਬਣਾਉਣ ਦੀ ਜਿਹੜਾ ਉਹ ਕੰਮ ਸੌਂਪਿਆ ਗਿਆ। ਇਹ ਜਿਹੜੀ ਸਮਿਤੀ ਸੀਗੀ ਇਸ ਦੇ ਵਿੱਚ 7 ਹੋਰ ਮੈਂਬਰ ਸੀਗੇ ਜਿਨ੍ਹਾਂ ਦੇ ਵਿੱਚੋਂ ਸੁਭਾਸ਼ ਚੰਦਰ ਬੋਸ, ਤੇਜ ਬਹਾਦਰ ਸਪਰੂ, ਸਰਦਾਰ ਮੰਗਲ ਸਿੰਘ, CMS ਐਗੋ, ਉਸ ਤੋਂ ਇਲਾਵਾ ਜਿਹੜਾ ਸੀਗਾ ਸ਼ੇਖ ਕੁਰੈਸ਼ੀ ਅਤੇ GR ਪ੍ਰਧਾਨ। ਇਹ ਕੁਝ ਜਿਹੜੇ 7 ਮੈਂਬਰ ਹੋਰ ਸੀਗੇ ਜਿਨ੍ਹਾਂ ਨੂੰ ਜਿਹੜਾ ਸੰਵਿਧਾਨ ਬਣਾਉਣ ਦਾ ਕੰਮ ਸੌਂਪਿਆ ਗਿਆ। ਨਹਿਰੂ ਸਮਿਤੀ ਦੀ ਨਿਯੁਕਤੀ ਜਿਹੜੀ ਹੈ ਉਹ ਮਈ 1928 ਵਿੱਚ ਹੋਈ। ਮਈ 1928 ਦੇ ਵਿੱਚ ਜਿਹੜਾ ਹੈ ਨਹਿਰੂ ਸਮਿਤੀ ਦੀ ਨਿਯੁਕਤੀ ਕੀਤੀ ਗਈ। ਸਿਰਫ ਕੁਝ ਮਹੀਨਿਆਂ ਦੀ ਸਖਤ ਮਿਹਨਤ ਤੋਂ ਬਾਅਦ ਜਿਹੜਾ ਹੈ ਇਸ ਸਮਿਤੀ ਨੇ ਭਾਰਤ ਦੇ ਸੰਭਾਵੀ ਸੰਵਿਧਾਨ ਬਾਰੇ ਜਿਹੜਾ ਹੈ ਆਪਣੀ ਰਿਪੋਰਟ ਤਿਆਰ ਕਰ ਲਈ। ਇਸ ਰਿਪੋਰਟ ਤੇ ਵਿਚਾਰ ਕਰਨ ਦੇ ਲਈ ਜਿਹੜਾ ਹੈ ਫਿਰ ਅਗਸਤ 1928 ਨੂੰ ਮਈ ਦੇ ਵਿੱਚ ਇਹ ਬਣਾਈ ਗਈ। ਉਸ ਤੋਂ ਬਾਅਦ ਅਗਸਤ 1928 ਨੂੰ ਜਿਹੜਾ ਹੈ ਲਖਨਊ ਦੇ ਵਿੱਚ ਡਾਕਟਰ ਅੰਸਾਰੀ ਦੀ ਪ੍ਰਧਾਨਗੀ ਦੇ ਵਿੱਚ ਜਿਹੜਾ ਹੈ ਸਰਵਦਲੀ ਸੰਮੇਲਨ ਫਿਰ ਬੁਲਾਇਆ ਗਿਆ। ਬਹੁਮਤ ਦੇ ਅਧਿਰਾਜ ਸਥਿਤੀ ਦਾ ਪੱਖ ਲਿਆ। ਜਿਹੜੀ ਬਹੁਮਤ ਸੀਗੀ ਉਹਨਾਂ ਨੇ ਜਿਹੜਾ ਹੈ ਇਸ ਰਿਪੋਰਟ ਜਿਹੜੀ ਰੱਖੀ ਗਈ ਜਦੋਂ ਉਹਨਾਂ ਦੇ ਸਾਹਮਣੇ ਤਾਂ ਜਿਹੜਾ ਬਹੁਮਤ ਉੱਤੇ ਇਕੱਠਾ ਹੋਇਆ ਉਹਨਾਂ ਨੇ ਅਧਿਰਾਜ ਸਥਿਤੀ ਡੋਮੀਨੈਂਟ ਸਟੇਟਸ ਦਾ ਜਿਹੜਾ ਉਹ ਪੱਖ ਲਿਆ। ਪਰ ਕੁਝ ਜਿਹੜੇ ਮੈਂਬਰ ਸੀਗੇ ਉਹ ਪੂਰਨ ਸਵਰਾਜ ਪੂਰਨ ਆਜ਼ਾਦੀ ਦੇ ਪੱਖ 'ਚ ਸੀਗੇ। ਤਾਂ ਇਸ ਰਿਪੋਰਟ ਦੇ ਵਿੱਚ ਜਿਹੜਾ ਡਿਸਕਸ ਕੀਤਾ ਗਿਆ ਜਿਹੜੇ ਉੱਥੇ ਲੋਕ ਇਕੱਠੇ ਹੋਏ ਉਹਨਾਂ 'ਚੋਂ ਅੱਧੇ ਤਾਂ ਇਹ ਕਹਿ ਰਹੇ ਸੀਗੇ ਕਿ ਜਿਹੜਾ ਹੈ ਡੋਮੀਨੀਅਨ ਸਟੇਟਸ ਮਿਲ ਜੇ ਉਹੀ ਕਾਫੀ ਹੈ, ਅਧਿਰਾਜ ਸਥਿਤੀ ਮਿਲ ਜੇ ਆਪਾਂ ਨੂੰ। ਲੇਕਿਨ ਕੁਝ ਜਿਹੜੇ ਮੈਂਬਰ ਸੀ ਉਹ ਕਹਿੰਦੇ ਸੀਗੇ ਕਿ ਜਦੋਂ ਲੜ ਹੀ ਰਹੇ ਹਾਂ ਤਾਂ ਫਿਰ ਸੰਪੂਰਨ ਸਵਰਾਜ ਦੀ ਲੜਾਈ ਲੜੀ ਜਾਵੇ। ਅੰਤ ਦੇ ਵਿੱਚ ਕਹਿੰਦੇ ਦੋਹਾਂ ਦੇ ਵਿੱਚ ਜਿਹੜਾ ਸਮਝੌਤਾ ਹੋ ਗਿਆ ਜਿਸ ਅਨੁਸਾਰ ਜਿਹੜਾ ਹੈ ਕਿ ਅਧਿਰਾਜ ਸਥਿਤੀ ਨੂੰ ਤੁਰੰਤ ਪ੍ਰਾਪਤ ਕਰਨ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਅਤੇ ਜੋ ਕਿ ਸੰਪੂਰਨ ਆਜ਼ਾਦੀ ਚਾਹੁੰਦੇ ਸੀਗੇ ਉਹਨਾਂ ਨੂੰ ਆਪਣੀ ਇੱਛਾ ਦੇ ਨਾਲ ਜਿਹੜਾ ਕੰਮ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ ਕਿ ਤੁਸੀਂ ਆਪਣਾ ਜਿਹੜਾ ਕੰਮ ਜਾਰੀ ਰੱਖੋ। ਇਸ ਤਰ੍ਹਾਂ ਇਹ ਰਿਪੋਰਟ ਜਿਹੜੀ ਹੈ ਸਰਬਸੰਮਤੀ ਨਾਲ ਜਿਹੜੀ ਹੈ ਪਾਸ ਕਰ ਦਿੱਤੀ ਗਈ। ਫਿਰ ਨਹਿਰੂ ਜਿਹੜੀ ਰਿਪੋਰਟ ਬਣਾਈ ਗਈ ਸੀਗੀ ਉਹਦੇ ਵਿੱਚ ਕਿਹੜੀਆਂ ਸਿਫਾਰਿਸ਼ਾਂ ਜਿਹੜੀਆਂ ਰੱਖੀਆਂ ਗਈਆਂ ਸੀਗੀਆਂ ਆਪਾਂ ਉਹਦੇ ਬਾਰੇ ਡਿਸਕਸ ਕਰਦੇ ਹਾਂ ਕਿ ਨਹਿਰੂ ਸਮਿਤੀ ਰਿਪੋਰਟ ਦੀਆਂ ਕਿਹੜੀਆਂ ਸਿਫਾਰਿਸ਼ਾਂ ਸੀਗੀਆਂ। ਸਭ ਤੋਂ ਪਹਿਲਾਂ ਸੀਗਾ ਅਧਿਰਾਜ ਦੀ ਸਥਾਪਨਾ। ਤਾਂ ਨਹਿਰੂ ਸਮਿਤੀ ਨੇ ਆਪਣੀ ਰਿਪੋਰਟ ਦੇ ਵਿੱਚ ਭਾਰਤ ਵਿੱਚ ਅਧਿਰਾਜ ਦੀ ਸਥਾਪਨਾ ਦੀ ਜਿਹੜੀ ਉਹ ਸਿਫਾਰਿਸ਼ ਕੀਤੀ ਸੀ। ਸਮਿਤੀ ਦੇ ਜ਼ਿਆਦਾਤਰ ਮੈਂਬਰ ਜਿਹੜੇ ਸੀ ਉਹ ਅਧਿਰਾਜ ਦੀ ਸਥਾਪਨਾ ਦੇ ਪੱਖ ਵਿੱਚ ਸੀਗੇ ਪਰ ਕੁਝ ਮੈਂਬਰ ਇਸ ਗੱਲ ਦੇ ਪੱਖ ਵਿੱਚ ਨਹੀਂ ਸੀਗੇ। ਉਹ ਭਾਰਤ ਨੂੰ ਪੂਰਾ ਸੁਤੰਤਰ ਦੇਸ਼ ਜਿਹੜਾ ਐਲਾਨ ਕਰਨਾ ਚਾਹੁੰਦੇ ਸੀਗੇ। ਦੂਜਾ ਜਿਹੜਾ ਪੁਆਇੰਟ ਸੀਗਾ ਉਹਦੇ ਵਿੱਚ ਪੂਰੀ ਜ਼ਿੰਮੇਵਾਰ ਸਰਕਾਰ। ਨਹਿਰੂ ਸਮਿਤੀ ਨੇ ਕੇਂਦਰ ਤੇ ਪ੍ਰਾਂਤ ਦੋਹਾਂ ਵਿੱਚ ਜਿਹੜਾ ਹੈ ਪੂਰੀ ਜ਼ਿੰਮੇਵਾਰ ਸਰਕਾਰ ਕਾਇਮ ਕਰਨ ਦੀ ਜਿਹੜੀ ਉਹ ਸਿਫਾਰਿਸ਼ ਕੀਤੀ। ਤੀਜਾ ਸੀਗਾ ਕਿ ਪ੍ਰਾਂਤਕ ਖੁਦਮੁਖਤਾਰੀ ਅਤੇ ਬਾਕੀ ਬਚੀਆਂ ਸ਼ਕਤੀਆਂ ਜਿਹੜੀਆਂ ਉਹਨਾਂ ਬਾਰੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਸਮਿਤੀ ਨੇ ਜਿਹੜਾ ਹੈ ਉਹ ਪ੍ਰਾਂਤਾਂ ਅਤੇ ਪ੍ਰਾਂਤਕ ਖੁਦਮੁਖਤਾਰੀ ਕਾਇਮ ਕੀਤੇ ਜਾਣ ਤੇ ਜਿਹੜਾ ਜ਼ੋਰ ਦਿੱਤਾ। ਸਮਿਤੀ ਨੇ ਇਸ ਗੱਲ ਦੀ ਵੀ ਕਲਪਨਾ ਕੀਤੀ ਕਿ ਭਾਰਤ ਵਿੱਚ ਇੱਕ ਸੰਘ ਦੀ ਸਥਾਪਨਾ ਕੀਤੀ ਜਾਵੇ ਜਿਸ ਵਿੱਚ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਜਿਹੜੀਆਂ ਵੰਡੀਆਂ ਹੋਣੀਆਂ ਚਾਹੀਦੀਆਂ ਅਤੇ ਬਾਕੀ ਜਿਹੜੀਆਂ ਬਚੀਆਂ ਸ਼ਕਤੀਆਂ ਨੇ ਯਾਨੀ ਕਿ ਰੈਜ਼ੀਡਰੀ ਪਾਵਰ ਜਿਹੜੀਆਂ ਨੇ ਉਹ ਉਸ ਦਾ ਅਧਿਕਾਰ ਖੇਤਰ ਵਿੱਚ ਨਾ ਹੋ ਕੇ ਕੇਂਦਰ ਸਰਕਾਰ ਦੇ ਕੋਲ ਹੋਣਾ ਚਾਹੀਦਾ। ਪ੍ਰਾਂਤਾਂ ਕੋਲ ਉਸ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ, ਸੈਂਟਰ ਸਰਕਾਰ ਕੋਲ ਉਸ ਦਾ ਅਧਿਕਾਰ ਹੋਣਾ ਚਾਹੀਦਾ। ਉਸ ਤੋਂ ਬਾਅਦ ਉਹਨਾਂ ਨੇ ਸਿਫਾਰਿਸ਼ ਕੀਤੀ ਸੰਯੁਕਤ ਮਤ ਅਧਿਕਾਰ ਦੀ।
ਨਹਿਰੂ ਸਮਿਤੀ ਨੇ ਸਿਫਾਰਿਸ਼ ਕੀਤੀ ਕਿ ਸਾਰੀਆਂ ਚੋਣਾਂ ਜਿਹੜੀਆਂ ਨੇ ਉਹ ਸੰਯੁਕਤ ਮਤ ਦੇ ਅਧਿਕਾਰ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਅਤੇ ਜਿਹੜੇ ਘੱਟ ਗਿਣਤੀ ਸ਼੍ਰੇਣੀਆਂ ਨੇ ਉਹਨਾਂ ਲਈ ਕੁਝ ਸਥਾਨ ਸੁਰੱਖਿਅਤ ਹੋਣੇ ਚਾਹੀਦੇ ਨੇ। ਬਾਕੀ ਜਿਹੜਾ ਇਲੈਕਸ਼ਨ ਉਹ ਜੁਆਇੰਟ ਇਲੈਕਟੋਰੇਟ ਦੇ ਥਰੂ ਹੋਣੇ ਚਾਹੀਦੇ ਨੇ। ਇਹ ਨਹੀਂ ਕਿ ਹਿੰਦੂਆਂ ਨੂੰ ਉਹਨਾਂ ਨੇ ਅੱਡ ਸੀਟਾਂ ਦੇ ਦਿੱਤੀਆਂ ਜੀ, ਸਿੱਖਾਂ ਨੂੰ ਅੱਡ ਦੇ ਦਿੱਤੀਆਂ ਜੀ, ਮੁਸਲਮਾਨਾਂ ਨੂੰ ਅੱਡ ਦੇ ਦਿੱਤੀਆਂ। ਤਾਂ ਇਸ ਦੇ ਸਿਫਾਰਿਸ਼ 'ਚ ਨਹੀਂ ਸੀਗੇ ਉਹ ਚਾਹੁੰਦੇ ਸੀ ਕਿ ਇਕੱਠਾ ਇੱਕ ਜਿਹੜਾ ਹੈ ਜੁਆਇੰਟ ਇਲੈਕਟੋਰੇਟ ਤਿਆਰ ਹੋਵੇ ਤੇ ਸੰਯੁਕਤ ਮਤ ਜਿਹੜਾ ਉਸ ਦੇ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਨੇ। ਨੈਕਸਟ ਫਿਰ ਉਹਨਾਂ ਨੇ ਕਿਹਾ ਕਿ ਨਵੇਂ ਪ੍ਰਾਂਤਾਂ ਦਾ ਨਿਰਮਾਣ। ਨਹਿਰੂ ਸਮਿਤੀ ਨੇ ਜਿਹੜਾ ਹੈ ਸਿੰਧ ਨੂੰ ਮੁੰਬਈ ਤੋਂ ਅਲੱਗ ਕਰਕੇ ਇੱਕ ਨਵੇਂ ਅਤੇ ਸੁਤੰਤਰ ਪ੍ਰਾਂਤ ਦੇ ਰੂਪ ਵਿੱਚ ਸੰਗਠਿਤ ਕੀਤੇ ਜਾਣ ਦੀ ਜਿਹੜੀ ਸਿਫਾਰਿਸ਼ ਕੀਤੀ ਅਤੇ ਉਹਨਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਜਿਹੜੇ ਉੱਤਰ ਪੱਛਮੀ ਸਰਹੱਦੀ ਸੂਬੇ ਨੇ, ਜਿਹੜੇ ਬਾਰਡਰ ਵਾਲੇ ਸੂਬੇ ਨੇ, ਉਹਨਾਂ ਨੂੰ ਦੂਜੇ ਸੂਬਿਆਂ ਦੀ ਤਰ੍ਹਾਂ ਹੀ ਜਿਹੜਾ ਹੈ ਇੱਕ ਪੂਰਾ ਸੂਬਾ ਐਲਾਨਿਆ ਜਾਵੇ। ਇਸ ਤੋਂ ਇਲਾਵਾ ਉਹਨਾਂ ਨੇ ਸਿਫਾਰਿਸ਼ ਰੱਖੀ ਸੁਰੱਖਿਆ ਦੀ ਕਿ ਭਾਰਤ ਦੀ ਸੁਰੱਖਿਆ ਲਈ ਜਿਹੜਾ ਹੈ ਉਸ ਸਮਿਤੀ ਦੇ ਸੁਝਾਅ ਦਿੱਤਾ ਕਿ ਇੱਕ ਸੁਰੱਖਿਆ ਸਮਿਤੀ ਕਾਇਮ ਕੀਤੀ ਜਾਵੇ ਜਿਸ ਵਿੱਚ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਤਿੰਨਾਂ ਸੈਨਾਵਾਂ ਦੇ ਮੁੱਖ ਸੈਨਾਪਤੀ ਅਤੇ 2 ਹੋਰ ਸੈਨਿਕ ਮਾਹਰ ਜਿਹੜੇ ਮਿਲਟਰੀ ਐਕਸਪਰਟਸ ਨੇ ਉਹ ਸ਼ਾਮਿਲ ਹੋਣ। ਰੱਖਿਆ ਬਜਟ ਦੀ ਵਿਧਾਨ ਮੰਡਲ ਦੇ ਸਾਹਮਣੇ ਜਿਹੜੀ ਹੈ ਉਸ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾਵੇ। ਤਾਂ ਸੁਰੱਖਿਆ ਤੇ ਇਹਨਾਂ ਨੇ ਜਿਹੜੀ ਹੈ ਉਹ ਗੱਲ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਰੱਖੀ ਕਿ ਮੌਲਿਕ ਅਧਿਕਾਰ। ਇਸ ਸਮਿਤੀ ਨੇ ਜਿਹੜਾ ਹੈ ਇਹ ਵੀ ਸੁਝਾਅ ਰੱਖਿਆ ਕਿ ਪ੍ਰਭੂਸੱਤਾ ਜਨਤਾ ਦੇ ਵਿੱਚ ਜਿਹੜੀ ਹੈ ਉਹ ਸ਼ਾਮਿਲ ਹੋਣੀ ਚਾਹੀਦੀ ਹੈ। ਜਿਹੜੀ ਬਾਗਡੋਰ ਹੋਣੀ ਚਾਹੀਦੀ ਉਹ ਜਨਤਾ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ ਅਤੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਜਿਹੜਾ ਹੈ ਨਵੇਂ ਸੰਵਿਧਾਨ ਦੇ ਵਿੱਚ ਵਰਣਨ ਹੋਣਾ ਚਾਹੀਦਾ ਹੈ। ਸਮਿਤੀ ਨੇ ਉਸ ਟਾਈਮ ਜਿਹੜਾ ਹੈ 19 ਮੌਲਿਕ ਅਧਿਕਾਰਾਂ ਦੀ ਜਿਹੜੀ ਸੂਚੀ ਤਿਆਰ ਕਰਕੇ ਦਿੱਤੀ। ਉਹਨਾਂ ਨੇ ਵੀ 19 ਮੌਲਿਕ ਅਧਿਕਾਰ ਦੱਸੇ ਉਹਨਾਂ ਨੇ। ਅੱਗੇ ਭਾਰਤੀ ਸੰਸਦ। ਸਮਿਤੀ ਨੇ 2 ਸਦਨਾਂ ਵਾਲੀ ਭਾਰਤੀ ਸੰਸਦ ਦੀ ਸਿਫਾਰਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਹੇਠਲਾ ਸਦਨ ਜਿਹੜਾ ਹੈ ਉਸ ਨੂੰ ਪ੍ਰਤੀਨਿਧ ਸਦਨ ਯਾਨੀ ਕਿ ਹਾਊਸ ਆਫ ਰਿਪਰੈਜ਼ੈਂਟੇਟਿਵ ਕਿਹਾ ਜਾਵੇ ਅਤੇ ਦੂਜੇ ਸਦਨ ਨੂੰ ਜਿਹੜਾ ਸੀਨੇਟ ਦਾ ਨਾਮ ਦਿੱਤਾ ਜਾਵੇ। ਹੇਠਲੇ ਸਦਨ ਦੇ ਮੈਂਬਰ ਜਿਹੜੇ ਨੇ ਉਹ ਜਨਤਾ ਵੱਲੋਂ ਪ੍ਰਤੱਖ ਰੂਪ ਦੇ ਵਿੱਚ ਚੁਣੇ ਜਾਣ ਅਤੇ ਇਸ ਦਾ ਕਾਰਜਕਾਲ 5 ਸਾਲ ਹੋਵੇ ਅਤੇ ਸੀਨੇਟ ਦੇ ਮੈਂਬਰਾਂ ਦੀ ਚੋਣ ਜਿਹੜੀ ਉਹ ਪ੍ਰਾਂਤਕ ਵਿਧਾਨ ਸਭਾਵਾਂ ਵੱਲੋਂ ਜਿਹੜੀ ਹੈ ਅਪ੍ਰਤੱਖ ਰੂਪ ਦੇ ਵਿੱਚ ਜਿਹੜੀ ਉਹ ਹੋਣੀ ਚਾਹੀਦੀ ਹੈ। ਹੇਠਲੇ ਸਦਨਾਂ ਦੇ ਮੈਂਬਰਾਂ ਦੀ ਗਿਣਤੀ ਉਹਨਾਂ ਨੇ 500 ਦੱਸੀ ਅਤੇ ਦੂਜੇ ਸਦਨ ਦੀ ਗਿਣਤੀ 200 ਦੇ ਲਗਭਗ ਕਹਿੰਦੇ ਹੋਣੀ ਚਾਹੀਦੀ ਹੈ। ਤਾਂ ਇਸ ਸੰਸਦ ਬਾਰੇ ਉਹਨਾਂ ਨੇ ਜਿਹੜਾ ਆਪਣਾ ਸੁਝਾਅ ਰੱਖਿਆ। ਉਸ ਤੋਂ ਬਾਅਦ ਸੀਗਾ ਜੀ ਬਾਲਕ ਮਤ ਅਧਿਕਾਰ। ਪ੍ਰਾਂਤਾਂ ਵਿੱਚ ਵਿਧਾਨ ਸਭਾਵਾਂ ਅਤੇ ਕੇਂਦਰੀ ਵਿਧਾਨ ਮੰਡਲ ਦੇ ਹੇਠਲੇ ਸਦਨ ਦੇ ਮੈਂਬਰਾਂ ਦੀ ਚੋਣ ਜਿਹੜੀ ਹੈ ਉਹ ਬਾਲਕ ਮਤ ਅਧਿਕਾਰ ਦੇ ਆਧਾਰ ਤੇ ਜਿਹੜੀ ਹੋਣੀ ਚਾਹੀਦੀ ਹੈ। ਅਡਲਟ ਫਰੈਂਚਾਈਜ਼ ਦੇ ਥਰੂ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਅਗਲੀ ਸਿਫਾਰਿਸ਼ ਰੱਖੀ ਉਹਨਾਂ ਨੇ ਜੀ ਨਿਆਂਪਾਲਿਕਾ। ਨਹਿਰੂ ਰਿਪੋਰਟ ਨੇ ਜਿਹੜਾ ਹੈ ਭਾਰਤ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਦਾ ਜਿਹੜਾ ਸੁਝਾਅ ਦਿੱਤਾ ਅਤੇ ਉਹਨਾਂ ਨੇ ਇਹ ਕਿਹਾ ਕਿ ਇਹ ਅਦਾਲਤ ਜਿਹੜੀ ਹੈ ਭਾਰਤ ਦੀ ਅੰਤਿਮ ਅਦਾਲਤ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਨਹਿਰੂ ਸਮਿਤੀ ਰਿਪੋਰਟ ਦੇ ਵਿੱਚ ਜਿਹੜਾ ਇਹ ਸਾਰੀਆਂ ਸਿਫਾਰਿਸ਼ਾਂ ਉਹਨਾਂ ਨੇ ਕੀਤੀਆਂ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਨਹਿਰੂ ਰਿਪੋਰਟ ਤੇ ਜਿਹੜੀ ਪ੍ਰਤੀਕਿਰਿਆ ਕੀ ਹੋਈ। ਨਹਿਰੂ ਰਿਪੋਰਟ ਜਿਹੜੀ ਹੈ ਅਗਸਤ 1928 ਵਿੱਚ ਸਰਵਦਲੀ ਸੰਮੇਲਨ ਦੇ ਸਾਹਮਣੇ ਜਿਹੜਾ ਕਿ ਸਰਵਦਲੀ ਸੰਮੇਲਨ ਲਖਨਊ ਦੇ ਵਿੱਚ ਹੋਇਆ ਸੀਗਾ 1928 ਦੇ ਵਿੱਚ ਲਖਨਊ, ਉੱਥੇ ਇਹਨਾਂ ਨੇ ਪੇਸ਼ ਕੀਤੀ ਗਈ ਆਪਣੀ ਰਿਪੋਰਟ ਅਤੇ ਇਸ ਨੂੰ ਸਵੀਕਾਰ ਕਰ ਲਿਆ ਗਿਆ ਸਾਰਿਆਂ ਦੁਆਰਾ। ਪਰ ਜਦੋਂ ਬਾਅਦ ਦੇ ਵਿੱਚ ਜਿਹੜੇ ਵੱਖ-ਵੱਖ ਦਲ ਉੱਥੇ ਆਏ ਸੀਗੇ ਉਹਨਾਂ ਨੇ ਆਪਣੇ ਵਾਪਸ ਜਾ ਕੇ ਨਿੱਜੀ ਸੰਮੇਲਨਾਂ ਦੇ ਵਿੱਚ ਉਸ ਤੇ ਵਿਚਾਰ ਕੀਤਾ ਤਾਂ ਮਤਭੇਦ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਪ੍ਰਗਟ ਹੋਈਆਂ ਉੱਥੇ। ਠੀਕ ਹੈ, ਉਹਨਾਂ ਦੇ ਵਿੱਚੋਂ ਜਿਹੜੇ ਹੈ ਵੀ ਜਿਵੇਂ ਕਿ ਮੁਸਲਿਮ ਲੀਗ ਸੀਗੀ, ਉਹਨਾਂ ਨੇ ਬਿਲਕੁਲ ਹੀ ਇਸ ਨੂੰ ਜਿਹੜਾ ਅਸਵੀਕਾਰ ਕਰਤਾ, ਮੰਨਣ ਤੋਂ ਇਨਕਾਰ ਕਰਤਾ। ਉਹਨਾਂ ਨੇ ਇਸ ਦੀ ਵੀ ਮੰਗ ਕੀਤੀ ਕਿ ਜਿਹੜੀਆਂ ਬਾਕੀ ਸ਼ਕਤੀਆਂ ਰੈਜ਼ੀਡਰੀ ਪਾਵਰਸ ਜਿਹੜੀਆਂ ਹੈਗੀਆਂ ਉਹ ਕੇਂਦਰ ਸਰਕਾਰ ਕੋਲ ਨਹੀਂ ਹੋਣੀਆਂ ਚਾਹੀਦੀਆਂ ਬਲਕਿ ਉਹ ਪ੍ਰਾਂਤਾਂ ਦੇ ਕੋਲ ਹੋਣੀਆਂ ਚਾਹੀਦੀਆਂ ਨੇ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਜਿਹੜਾ ਹੈ ਉੱਥੇ ਉਹਨਾਂ ਦੇ ਵਿੱਚ ਕਾਫੀ ਮਤਭੇਦ ਜਿਹੜੇ ਹੈ ਉਹ ਖੜੇ ਹੋ ਗਏ ਇਸ ਰਿਪੋਰਟ ਨੂੰ ਲੈ ਕੇ। ਕਾਂਗਰਸ ਨੇ ਜਦੋਂ ਰਿਪੋਰਟ ਉੱਪਰ ਆਪਣੇ ਅਜਲਾਸ ਦੇ ਵਿੱਚ ਵਿਚਾਰ ਕੀਤਾ ਤਾਂ ਕਾਂਗਰਸ ਨੇ ਵੀ ਜਿਹੜਾ ਹੈ ਉੱਥੋਂ ਦੇ ਵੀ ਮੈਂਬਰ ਇਸ ਤੇ ਕਾਫੀ ਜਿਹੜਾ ਉਹਨਾਂ ਦੇ ਵਿੱਚ ਮਤਭੇਦ ਸੀਗਾ। ਨੌਜਵਾਨ ਜਿਹੜੇ ਮੈਂਬਰ ਸੀਗੇ ਉਹ ਅਧਿਰਾਜ ਦੀ ਬਜਾਏ ਜਿਹੜਾ ਪੂਰੇ ਸਵਰਾਜ ਦੀ ਮੰਗ ਕਰ ਰਹੇ ਸੀਗੇ। ਪੰਡਿਤ ਮੋਤੀ ਲਾਲ ਨਹਿਰੂ ਜਿਹੜੇ ਕਿ ਪੁਰਾਣੇ ਮੈਂਬਰ ਸੀਗੇ ਉਹ ਚਾਹੁੰਦੇ ਸੀਗੇ ਕਿ ਅਧਿਰਾਜ ਦੀ ਪ੍ਰਾਪਤੀ ਜਿਹੜੀ ਹੈ ਉਹੀ ਆਪਣਾ ਜਿਹੜਾ ਉਦੇਸ਼ ਇਸ ਰਿਪੋਰਟ ਦਾ ਹੋਣਾ ਚਾਹੀਦਾ ਤੇ ਉਸੇ ਤਰੀਕੇ ਨਾਲ ਹੀ ਇਸ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ। ਅੰਤ ਦੇ ਵਿੱਚ ਜਿਹੜਾ ਵਿਚਕਾਰਲਾ ਰਸਤਾ ਉਹ ਅਪਣਾਇਆ ਗਿਆ। ਇਹ ਮੰਗ ਰੱਖੀ ਗਈ ਕਿ 1929 ਤੱਕ ਜੇ ਭਾਰਤ ਨੂੰ ਅਧਿਰਾਜ ਮਿਲ ਜਾਵੇ ਤਾਂ ਠੀਕ ਹੈ, ਨਹੀਂ ਤਾਂ ਇਸ ਤੋਂ ਬਾਅਦ ਪੂਰੇ ਸਵਰਾਜ ਦੀ ਮੰਗ ਕੀਤੀ ਜਾਏਗੀ। ਇਹ ਸਰਕਾਰ ਲਈ ਇੱਕ ਚੁਣੌਤੀ ਸੀਗੀ। ਭਾਰਤ ਦੀ ਅਧਿਰਾਜ ਦੀ ਮੰਗ ਸਵੀਕਾਰ ਨਾ ਕੀਤੀ ਗਈ
ਜਦੋਂ ਇਹਨਾਂ ਨੇ ਰਿਪੋਰਟ ਅੱਗੇ ਭੇਜੀ ਤਾਂ ਸਰਕਾਰ ਨੇ ਜਿਹੜਾ ਇਹਨਾਂ ਦੀ ਮੰਗ ਉਹ ਨਹੀਂ ਮੰਨੀ, ਅਸਵੀਕਾਰ ਕਰ ਦਿੱਤੀ ਅਤੇ ਦਸੰਬਰ 1929 ਨੂੰ ਲਾਹੌਰ ਅਜਲਾਸ ਦੇ ਵਿੱਚ ਜਿਹੜਾ ਕਿ ਰਾਵੀ ਕੰਢੇ ਦੇ ਨੇੜੇ ਹੈ, ਉੱਥੇ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਦੇ ਵਿੱਚ ਕਾਂਗਰਸ ਨੇ ਪੂਰੇ ਸਵਰਾਜ ਦਾ ਜਿਹੜਾ ਮਤਾ ਪਾਸ ਕੀਤਾ। ਦਸੰਬਰ 1929, ਕਿਉਂਕਿ 29 ਤੱਕ ਉਹਨਾਂ ਨੇ ਕਿਹਾ ਸੀ ਅਗਰ ਇਹ ਪੂਰਾ ਆਪਾਂ ਨੂੰ ਡੋਮੀਨੀਅਨ ਸਟੇਟਸ ਦੇ ਦਿੰਦੇ ਆ ਤਾਂ ਠੀਕ ਹੈ, ਅਗਰ ਨਹੀਂ ਦਿੰਦੇ ਤਾਂ ਫਿਰ ਆਪਣਾ ਜਿਹੜਾ ਮੋਟਿਵ ਹੋਏਗਾ ਇਸ ਰਿਪੋਰਟ ਦਾ ਉਹ ਆਪਾਂ ਪੂਰਨ ਸਵਰਾਜ ਦੀ ਜਿਹੜੀ ਮੰਗ ਉਹ ਰੱਖੀ ਜਾਏਗੀ। ਤਾਂ ਦਸੰਬਰ 1929 ਦੀ ਮੀਟਿੰਗ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਜਿਹੜਾ ਕਿ ਨਹਿਰੂ ਜੀ ਦੀ ਪ੍ਰਧਾਨਗੀ ਚ ਹੋ ਰਹੀ ਸੀਗੀ, ਉਹਨਾਂ ਨੇ ਪੂਰਨ ਸਵਰਾਜ ਦਾ ਜਿਹੜਾ ਮਤਾ ਉਹ ਪਾਸ ਕੀਤਾ। ਠੀਕ ਹੈ ਜੀ। ਉਸ ਤੋਂ ਬਾਅਦ ਤੇ ਜਦੋਂ ਇਹ ਰਿਪੋਰਟ ਇਹਨਾਂ ਨੇ ਦੇਖੋ ਸੌਂਪੀ ਸਰਕਾਰ ਨੂੰ, ਸਰਕਾਰ ਨੇ ਜਿਹੜਾ ਇਸ ਤੇ ਬਿਲਕੁਲ ਵੀ ਜਿਹੜਾ ਕੋਈ ਕਾਰਵਾਈ ਨਹੀਂ ਕੀਤੀ। ਠੀਕ ਹੈ ਜੀ। ਇਹ ਕਾਰਵਾਈ ਜਦੋਂ ਨਹੀਂ ਕੀਤੀ ਗਈ ਤਾਂ ਇਹਨਾਂ ਨੇ ਪੂਰਨ ਸਵਰਾਜ ਦੀ ਮੰਗ ਰੱਖੀ ਅਤੇ ਉਸ ਤੋਂ ਬਾਅਦ ਜਿਹੜਾ ਹੈ ਫਿਰ ਇਹਨਾਂ ਨੇ ਸਿਵਲ ਨਾਫਰਮਾਨੀ ਅੰਦੋਲਨ ਜਿਹੜਾ ਉਸ ਦੀ ਸ਼ੁਰੂਆਤ ਕਰਨ ਦੀ ਗੱਲ ਕੀਤੀ। ਠੀਕ ਹੈ ਜੀ। ਫਿਰ ਆਪਾਂ ਪੜਾਂਗੇ ਕਿ ਸਿਵਲ ਨਾਫਰਮਾਨੀ ਅੰਦੋਲਨ ਬਾਰੇ ਜਿਹੜਾ ਉਹਦੇ ਬਾਰੇ ਡਿਸਕਸ ਕਰਦੇ ਹਾਂ। ਫਿਰ 1930 ਈਸਵੀ ਦੇ ਵਿੱਚ ਕਾਂਗਰਸ ਨੇ ਮਹਾਤਮਾ ਗਾਂਧੀ ਦੀ ਅਗਵਾਈ ਦੇ ਵਿੱਚ ਸਿਵਲ ਨਾਫਰਮਾਨੀ ਅੰਦੋਲਨ ਚਲਾਇਆ, ਜਿਹੜਾ ਕਿ 1920 ਦੇ ਵਿੱਚ ਜਿਹੜਾ ਚਲਾਇਆ ਸੀਗਾ ਅਸਹਿਯੋਗ ਅੰਦੋਲਨ, ਉਸ ਤੋਂ ਇਹ ਵੱਖਰਾ ਸੀਗਾ, ਹਟ ਕੇ ਸੀਗਾ ਕੁਝ। ਇਹ ਅੰਦੋਲਨ ਜਿਹੜਾ 1934 ਤੱਕ ਚੱਲਿਆ, 30 ਤੋਂ ਸਟਾਰਟ ਕੀਤਾ ਨੇ 34 ਤੱਕ ਚੱਲਿਆ ਅਤੇ ਰਾਸ਼ਟਰੀ ਅੰਦੋਲਨ ਦੇ ਵਿੱਚ ਜਿਹੜਾ ਹੈ ਇਸ ਦਾ ਇੱਕ ਵਿਸ਼ੇਸ਼ ਸਥਾਨ ਰਿਹਾ ਉਸ ਟਾਈਮ। ਇਸ ਅੰਦੋਲਨ ਦੇ ਅੰਦਰ ਜਿਹੜਾ ਹੈ ਸਰਕਾਰ ਨਾਲ ਸਿਰਫ ਅਸਹਿਯੋਗ ਹੀ ਨਹੀਂ ਕੀਤਾ ਗਿਆ, ਸਗੋਂ ਉਹਨਾਂ ਕਾਨੂੰਨਾਂ ਦਾ ਵੀ ਉਲੰਘਣ ਕੀਤਾ ਗਿਆ ਜੋ ਕਿ ਅਤਿਆਚਾਰੀ ਤੇ ਹਾਨੀਕਾਰਕ ਸਮਝੇ ਜਾਂਦੇ ਸੀ, ਉਹਨਾਂ ਦਾ ਵੀ ਜਿਹੜਾ ਉਲੰਘਣ ਕੀਤਾ ਗਿਆ। ਇਸ ਅੰਦੋਲਨ ਦੇ ਸ਼ੁਰੂ ਹੋਣ ਦੇ ਦੇਖੋ ਕਈ ਕਾਰਨ ਸੀਗੇ, ਆਪਾਂ ਉਹਨਾਂ ਕਾਰਨਾਂ ਤੇ ਜਿਹੜਾ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ ਉਹਨਾਂ ਕਾਰਨਾਂ ਨੂੰ। ਠੀਕ ਹੈ। ਪਹਿਲਾ ਕਾਰਨ ਜਿਹੜਾ ਹੈ ਉਹ ਹੈ ਨਹਿਰੂ ਸਮਿਤੀ ਰਿਪੋਰਟ ਦਾ ਲਾਗੂ ਨਾ ਕੀਤਾ ਜਾਣਾ। ਜਿਹੜਾ ਆਪਾਂ ਉੱਪਰ ਪੜਿਆ ਨਹਿਰੂ ਸਮਿਤੀ ਰਿਪੋਰਟ ਬਾਰੇ ਕਿ 1927 ਦੀ ਗੱਲ ਸੀਗੀ। 1927 ਵਿੱਚ ਸਾਈਮਨ ਕਮਿਸ਼ਨ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਭਾਰਤ ਦੀ ਜਿਹੜੀ ਸਮੁੱਚੀ ਜਨਤਾ ਨੇ ਅਤੇ ਰਾਜਨੀਤਿਕ ਦਲਾਂ ਨੇ ਜਿਹੜਾ ਬਾਈਕਾਟ ਕੀਤਾ। ਇਸ ਤੇ ਭਾਰਤੀ ਸਕੱਤਰ ਨੇ ਜਿਹੜਾ ਹੈ ਭਾਰਤੀਆਂ ਨੂੰ ਇਹ ਚੁਣੌਤੀ ਦਿੱਤੀ ਸੀਗੀ ਕਿ ਉਹ ਕੋਈ ਅਜਿਹਾ ਸੰਵਿਧਾਨ ਤਿਆਰ ਕਰਕੇ ਦਿਖਾਉਣ ਜੋ ਭਾਰਤ ਦੇ ਸਾਰੇ ਦਲਾਂ ਅਤੇ ਵਰਗਾਂ ਨੂੰ ਮਨਜ਼ੂਰ ਹੋਵੇ। ਭਾਰਤੀਆਂ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਸਰਵਦਲੀ ਸੰਮੇਲਨ ਬੁਲਾਇਆ, ਜਿਸ ਦੇ ਵਿੱਚ ਪੰਡਿਤ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਅਤੇ ਉਸ ਨੂੰ ਸੰਵਿਧਾਨ ਬਣਾਉਣ ਦਾ ਕੰਮ ਸੌਂਪਿਆ ਗਿਆ। ਕਮੇਟੀ ਨੇ ਆਪਣੀ ਰਿਪੋਰਟ ਜਲਦੀ ਹੀ ਤਿਆਰ ਕਰ ਲਈ। ਇਸ ਵਿੱਚ ਭਾਰਤ ਵਰਸ਼ ਲਈ ਤੁਰੰਤ ਉਪਨਿਵੇਸ਼ਕ ਸਵਰਾਜ ਡੋਮੀਨੀਅਨ ਸਟੇਟਸ ਦੀ ਜਿਹੜੀ ਵਿਵਸਥਾ ਕੀਤੀ ਗਈ। ਇਸ ਰਿਪੋਰਟ ਨੂੰ ਸਰਵਦਲੀ ਸੰਮੇਲਨ ਨੇ ਸਰਵਸੰਮਤੀ ਨਾਲ ਸਵੀਕਾਰ ਕਰ ਲਿਆ, ਪਰੰਤੂ ਜਦੋਂ ਸਰਕਾਰ ਨੂੰ ਇਹ ਰਿਪੋਰਟ ਸੌਂਪੀ ਗਈ ਤਾਂ ਸਰਕਾਰ ਨੇ ਇਸ ਰਿਪੋਰਟ ਉੱਤੇ ਕੋਈ ਧਿਆਨ ਨਾ ਦਿੱਤਾ, ਜਿਸ ਨਾਲ ਕੀ ਹੋਇਆ, ਜਨਤਾ ਦੇ ਵਿੱਚ ਰੋਸ਼ ਪੈਦਾ ਹੋ ਗਿਆ ਤਾਂ ਜਿਹੜਾ ਕਿ ਕਾਰਨ ਬਣਿਆ ਸਿਵਲ ਨਾਫਰਮਾਨੀ ਅੰਦੋਲਨ ਚਲਾਉਣ ਦੇ ਲਈ। ਉਸ ਤੋਂ ਬਾਅਦ ਅਗਲਾ ਜਿਹੜਾ ਪੁਆਇੰਟ ਸੀਗਾ ਉਹ ਸੀਗਾ ਕਾਂਗਰਸ ਵੱਲੋਂ ਸਵਰਾਜ ਦੇ ਟੀਚੇ ਦਾ ਐਲਾਨ। 1928 ਦੇ ਵਿੱਚ ਕਾਂਗਰਸ ਅਜਲਾਸ ਵਿੱਚ ਜਦੋਂ ਨਹਿਰੂ ਕਮੇਟੀ ਰਿਪੋਰਟ ਉੱਤੇ ਵਿਚਾਰ ਕੀਤਾ ਗਿਆ ਤਾਂ ਕਾਂਗਰਸ ਦੇ ਨੇਤਾਵਾਂ ਦੇ ਵਿੱਚ ਸਵਰਾਜ ਦੇ ਬਾਰੇ ਵਿੱਚ ਦੋ ਵਿਚਾਰਧਾਰਾਵਾਂ ਪੈਦਾ ਹੋ ਗਈਆਂ। ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਜੀ ਜਿਹੜੇ ਨੌਜਵਾਨ ਸੀਗੇ ਜੋ ਉન્નਤਸ਼ੀਲ ਵਿਚਾਰਾਂ ਦਾ ਸਮਰਥਨ ਕਰਦੇ ਸੀਗੇ, ਉਹ ਇਸ ਗੱਲ ਤੇ ਜ਼ੋਰ ਦਿੰਦੇ ਸੀਗੇ ਕਿ ਰਿਪੋਰਟ ਵਿੱਚ ਪੂਰੇ ਸਵਰਾਜ ਦੀ ਮੰਗ ਜਿਹੜੀ ਉਹ ਕੀਤੀ ਜਾਵੇ। ਪਰ ਮੋਤੀ ਲਾਲ ਨਹਿਰੂ, ਮਹਾਤਮਾ ਗਾਂਧੀ ਜੀ ਜਿਹੜੇ ਨੇਤਾ ਸੀਗੇ, ਉਹਨਾਂ ਦਾ ਵਿਚਾਰ ਸੀਗਾ ਕਿ ਉਪਨਿਵੇਸ਼ਕ ਸਵਰਾਜ ਦੀ ਪ੍ਰਾਪਤੀ ਜਿਹੜੀ ਹੈ ਉਹੀ ਕਾਂਗਰਸ ਦਾ ਉਦੇਸ਼ ਹੋਣਾ ਚਾਹੀਦਾ ਹੈ। ਅੰਤ ਦੇ ਵਿੱਚ ਜਿਹੜਾ ਇਹਨਾਂ ਨੇ ਰਸਤਾ ਅਪਣਾਇਆ, ਵਿਚਕਾਰਲਾ ਰਸਤਾ ਅਪਣਾਇਆ ਕਿ 1929 ਤੱਕ ਜਿਹੜਾ ਹੈ ਉਸ ਦੇ ਅੰਤ ਤੱਕ ਆਪਾਂ ਵੇਟ ਕਰਾਂਗੇ ਕਿ ਸਰਕਾਰ ਜਿਹੜਾ ਹੈ ਭਾਰਤ ਵਰਸ਼ ਉਪਨਿਵੇਸ਼ਕ ਸਵਰਾਜ ਦੀ ਸਥਾਪਨਾ ਕਰ ਦੇਵੇ ਤਾਂ ਠੀਕ ਹੈ, ਜੇ ਨਹੀਂ ਕਰਦੀ ਉਸ ਤੋਂ ਬਾਅਦ ਕਾਂਗਰਸ ਜਿਹੜੀ ਹੈ ਉਹ ਪੂਰੇ ਸਵਰਾਜ ਦੀ ਪ੍ਰਾਪਤੀ ਦੀ ਮੰਗ ਜਿਹੜੀ ਉਹ ਕਰੇਗੀ। ਇਸ ਤਰ੍ਹਾਂ ਨਹਿਰੂ ਕਮੇਟੀ ਰਿਪੋਰਟ ਨੂੰ ਸਵੀਕ੍ਰਿਤੀ ਲਈ ਜਿਹੜਾ ਹੈ ਸਰਕਾਰ ਕੋਲ ਭੇਜਿਆ ਗਿਆ ਸੀਗਾ, ਪਰ ਸਰਕਾਰ ਨੇ ਇਸ ਉੱਤੇ ਕੋਈ ਧਿਆਨ ਨਹੀਂ ਦਿੱਤਾ। ਸੋ 1929 ਦੇ ਵਿੱਚ ਕਾਂਗਰਸ ਦਾ ਅਜਲਾਸ ਲਾਹੌਰ ਵਿੱਚ ਹੋਇਆ, ਜਿਸ ਵਿੱਚ ਕਾਂਗਰਸ ਨੇ ਜਿਹੜਾ ਹੈ ਪੂਰਨ ਸਵਰਾਜ ਦੀ ਜਿਹੜਾ ਮਤਾ ਪਾਸ ਕੀਤਾ। 1929 ਦਾ ਜਿਹੜਾ ਲਾਹੌਰ ਅਧਿਵੇਸ਼ਨ ਜਿਹੜਾ ਬੁਲਾਇਆ ਗਿਆ, ਉਸ ਦੇ ਵਿੱਚ ਜਿਹੜਾ ਹੈ ਪੂਰਨ ਸਵਰਾਜ ਦੀ ਮੰਗ ਰੱਖੀ ਗਈ। ਇਹ ਕੁਐਸਚਨ ਕਾਫੀ ਵਾਰ ਜਿਹੜਾ ਐਗਜ਼ਾਮਸ ਦੇ ਵਿੱਚ ਪੁੱਛਿਆ ਜਾ ਚੁੱਕਾ ਹੈ। ਇਸ ਪੁਆਇੰਟ ਤੇ ਤੁਸੀਂ ਗੌਰ ਦੇਣੀ ਹੈ ਕਿ 1929 ਦੇ ਲਾਹੌਰ ਅਧਿਵੇਸ਼ਨ ਦੇ ਵਿੱਚ ਪੂਰਨ ਸਵਰਾਜ ਦੀ ਮੰਗ ਜਿਹੜੀ ਉਹ ਕੀਤੀ ਗਈ ਸੀ। ਠੀਕ ਹੈ ਜੀ। ਇਸ ਮਤੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਮਤਾ ਭੇਜਿਆ ਗਿਆ ਕਿ ਜੇ ਬ੍ਰਿਟਿਸ਼ ਸੰਸਦ ਇਸ ਸੰਵਿਧਾਨ ਨੂੰ ਜਿਉਂ ਦਾ ਤਿਉਂ 31 ਦਸੰਬਰ 1929 ਤੱਕ
ਜਾਂ ਉਸ ਤੋਂ ਪਹਿਲਾਂ ਸਵੀਕਾਰ ਕਰ ਲਵੇ ਤਾਂ ਕਾਂਗਰਸ ਸੰਵਿਧਾਨ ਨੂੰ ਅਪਣਾ ਲਵੇਗੀ, ਪਰ ਇਸ ਲਈ ਰਾਜਨੀਤਿਕ ਸਥਿਤੀ ਵਿੱਚ ਕੋਈ ਪਰਿਵਰਤਨ ਨਹੀਂ ਹੋਣਾ ਚਾਹੀਦਾ। ਪਰੰਤੂ ਜੇ ਬ੍ਰਿਟਿਸ਼ ਸੰਸਦ ਉਸ ਤਰੀਕ ਤੱਕ ਉਸ ਨੂੰ ਸਵੀਕਾਰ ਨਾ ਕਰੇ ਜਾਂ ਉਸ ਤੋਂ ਪਹਿਲਾਂ ਹੀ ਉਸ ਨੂੰ ਰੱਦ ਕਰ ਦੇਵੇ ਤਾਂ ਕਾਂਗਰਸ ਦੇਸ਼ ਨੂੰ ਕਰਬੰਦੀ ਦੀ ਸਲਾਹ ਦੇ ਕੇ ਅਤੇ ਦੂਜੇ ਉਪਾਵਾਂ ਰਾਹੀਂ, ਜਿਨ੍ਹਾਂ ਨੂੰ ਉਹ ਬਾਅਦ ਵਿੱਚ ਨਿਸ਼ਚਿਤ ਕਰੇਗੀ ਕਿ ਕਿਹੜੇ ਉਪਾਅ ਕੀਤੇ ਜਾਣ, ਉਸ ਦੇ ਨਾਲ ਹੀ ਅਹਿੰਸਾਤਮਕ ਅਸਹਿਯੋਗ ਅੰਦੋਲਨ ਜਿਹੜਾ ਉਹ ਸਟਾਰਟ ਕਰ ਦੇਵੇਗੀ। ਠੀਕ ਹੈ ਜੀ, ਇਹ ਆਪਣੇ ਕਾਂਗਰਸ ਨੇ ਜਿਹੜਾ ਹੈ ਸਰਕਾਰ ਨੂੰ ਸਪਸ਼ਟ ਕੀਤਾ ਆਪਣੇ ਵਿਚਾਰ ਜਿਹੜੇ ਸੀਗੇ। ਸਰਕਾਰ ਵੱਲੋਂ ਵੀ ਜਿਹੜਾ ਹੈ ਉਹ 1929 ਈਸਵੀ ਦੇ ਵਿੱਚ ਭਾਰਤ ਦੇ ਵਾਇਸਰਾਏ ਨੇ ਐਲਾਨ ਕੀਤਾ, ਜਿਸ ਵਿੱਚ ਗੋਲਮੇਜ਼ ਸੰਮੇਲਨ ਦੇ ਬੁਲਾਏ ਜਾਣ ਦੀ ਜਿਹੜੀ ਉਹ ਗੱਲ ਕਹੀ ਗਈ, ਪਰ ਉਪਨਿਵੇਸ਼ਕ ਸਵਰਾਜ ਦੇ ਬਾਰੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਸ ਨਾਲ 1929 ਈਸਵੀ ਦੇ ਇਜਲਾਸ ਵਿੱਚ ਕਾਂਗਰਸ ਨੇ ਇਹ ਗੱਲ ਦਾ ਵੀ ਨਿਸ਼ਚੈ ਕਰ ਲਿਆ ਕਿ ਪੂਰਾ ਸਵਰਾਜ ਦੀ ਪ੍ਰਾਪਤੀ ਲਈ ਜਿਹੜਾ ਅੰਦੋਲਨ ਉਹ ਸ਼ੁਰੂ ਕੀਤਾ ਜਾਵੇ। ਇਸ ਤਰ੍ਹਾਂ ਫਿਰ ਉਹ ਸਿਵਲ ਨਾਫਰਮਾਨੀ ਅੰਦੋਲਨ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ। ਉਸ ਤੋਂ ਇੱਕ ਹੋਰ ਕਾਰਨ ਦੇਖਦੇ ਹਾਂ ਕਿ ਤੀਜਾ ਹੈ ਲੋਕਾਂ ਦੀ ਆਰਥਿਕ ਹਾਲਤ। ਸਿਵਲ ਨਾਫਰਮਾਨੀ ਅੰਦੋਲਨ ਦੇ ਸ਼ੁਰੂ ਕਰਨ ਦਾ ਇੱਕ ਹੋਰ ਜਿਹੜਾ ਮਹੱਤਵਪੂਰਨ ਕਾਰਨ ਸੀਗਾ ਉਹ ਸੀਗਾ ਕਿ ਦੇਸ਼ ਦੀ ਵਿਗੜਦੀ ਹੋਈ ਜਿਹੜੀ ਹੈ ਆਰਥਿਕ ਹਾਲਤ। 1929 ਈਸਵੀ ਵਿੱਚ ਭਾਰਤ ਲਈ ਅਸ਼ਾਂਤੀ ਤੇ ਉਤਲ-ਪੁਤਲ ਦਾ ਜਿਹੜਾ ਸਾਲ ਸੀਗਾ ਸਾਰਾ। ਆਰਥਿਕ ਮੰਦੇ ਦੇ ਕਾਰਨ ਵਸਤੂਆਂ ਦੀ ਕੀਮਤਾਂ ਵੱਧ ਗਈਆਂ ਸੀਗੀਆਂ ਅਤੇ ਕਿਸਾਨ, ਮਜ਼ਦੂਰ ਅਤੇ ਵਪਾਰੀਆਂ ਦੀ ਹਾਲਤ ਜਿਹੜੀ ਉਹ ਖਰਾਬ ਹੋ ਗਈ ਸੀ। ਦੇਸ਼ ਦੇ ਵੱਖ-ਵੱਖ ਭਾਗਾਂ ਦੇ ਵਿੱਚ ਹੜਤਾਲਾਂ ਹੋ ਰਹੀਆਂ ਸਨ। ਸਾਰੇ ਬ੍ਰਿਟਿਸ਼ ਸਰਕਾਰ ਨੂੰ ਆਪਣੀ ਆਰਥਿਕ ਹਾਲਤ ਲਈ ਜ਼ਿੰਮੇਵਾਰ ਸਮਝਦੇ ਸਨ ਅਤੇ ਉਹ ਅੰਗਰੇਜ਼ਾਂ ਨੂੰ ਬਾਹਰ ਕੱਢਣ ਲਈ ਕੋਈ ਠੋਸ ਕਦਮ ਜਿਹੜਾ ਉਹ ਚੁੱਕਣਾ ਚਾਹੁੰਦੇ ਸੀ। ਕਾਂਗਰਸ ਨੇ ਜਿਹੜਾ ਹੈ ਹਾਲਤ ਦਾ ਲਾਭ ਲੈਣ ਲਈ ਆਪਣੀ ਜਨਤਾ ਦੀ ਤਾਕਤ ਦੀ ਸਹੀ ਵਰਤੋਂ ਕਰਨ ਦੇ ਲਈ ਜਿਹੜਾ ਉਹ ਸਿਵਲ ਨਾਫਰਮਾਨੀ ਅੰਦੋਲਨ ਜਿਹੜਾ ਉਹ ਸ਼ੁਰੂ ਕੀਤਾ। ਠੀਕ ਹੈ, ਉਸ ਤੋਂ ਬਾਅਦ ਹੋਰ ਪੁਆਇੰਟ ਜਿਹੜੇ ਸਾਹਮਣੇ ਆ ਉਹ ਸੀਗਾ ਬਾਰਦੌਲੀ ਸੱਤਿਆਗ੍ਰਹਿ ਦੀ ਸਫਲਤਾ। ਤਾਂ 1928 ਚ ਜਿਹੜਾ ਬਾਰਦੌਲੀ ਇਹ ਜ਼ਿਲ੍ਹਾ ਸੂਰਤ ਦੇ ਵਿੱਚ ਜਿਹੜਾ ਸਰਦਾਰ ਪਟੇਲ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਸੱਤਿਆਗ੍ਰਹਿ ਚਲਾਇਆ ਸੀਗਾ, ਉਹ ਸੱਤਿਆਗ੍ਰਹਿ ਅੰਦੋਲਨ ਜਿਹੜਾ ਸੀ ਉਸਨੇ ਕਾਫੀ ਸਫਲਤਾ ਪ੍ਰਾਪਤ ਕੀਤੀ। ਉਹਨਾਂ ਨੇ ਸਰਕਾਰ ਨੂੰ ਭੂਮੀ ਕਰ ਜਿਹੜਾ ਹੈ ਜ਼ਮੀਨ ਦੇ ਉੱਪਰ ਟੈਕਸ ਲੱਗਦਾ ਸੀ ਉਹ ਦੇਣ ਤੋਂ ਇਨਕਾਰ ਕਰ ਦਿੱਤਾ। ਸਰਕਾਰ ਵੱਲੋਂ ਕਿਸਾਨਾਂ ਤੇ ਕਈ ਜ਼ੁਲਮ ਕੀਤੇ ਗਏ। ਉਹ ਜ਼ੁਲਮਾਂ ਤੋਂ ਬਾਅਦ ਵੀ ਜਿਹੜਾ ਹੈ ਸਰਕਾਰ ਨੂੰ ਹੀ ਝੁਕਣਾ ਪਿਆ। ਇਸ ਤੋਂ ਕਾਂਗਰਸੀ ਜਿਹੜੇ ਨੇਤਾ ਸੀਗੇ ਅੰਦੋਲਨ ਦੇ ਬਾਰੇ 'ਚ ਕਾਫੀ ਉਤਸ਼ਾਹਿਤ ਸੀਗੇ ਕਿ ਉਹਨਾਂ ਨੂੰ ਜਿਹੜਾ ਹੈ ਕਾਫੀ ਜੋਸ਼ ਮਿਲਿਆ ਕਿ ਉੱਥੇ ਅਗਰ ਸੱਤਿਆਗ੍ਰਹਿ ਸਫਲ ਹੋ ਗਿਆ ਹੈ ਤਾਂ ਆਪਾਂ ਜਿਹੜਾ ਹੈ ਸਿਵਲ ਨਾਫਰਮਾਨੀ ਅੰਦੋਲਨ ਵੀ ਸਟਾਰਟ ਕੀਤਾ ਜਾਵੇ ਤਾਂ ਕਿ ਇੱਥੇ ਇਹਦੀ ਵੀ ਸਫਲਤਾ ਪ੍ਰਾਪਤ ਕੀਤੀ ਜਾ ਸਕੇ। ਉਸ ਤੋਂ ਬਾਅਦ ਜਿਹੜਾ ਹੈ ਸੁਤੰਤਰਤਾ ਦਿਵਸ, ਇਹ ਵੀ ਪੁਆਇੰਟ ਜਿਹੜਾ ਇੰਪੋਰਟੈਂਟ ਹੈ, ਤੁਸੀਂ ਨੋਟ ਕਰਿਓ ਕਿ ਕਾਂਗਰਸ ਨੇ ਜਿਹੜਾ ਹੈ 1930, ਕਿਉਂਕਿ 31 ਦਸੰਬਰ 1929 ਤੱਕ ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਅਗਰ ਸਰਕਾਰ ਕੁਝ ਮੰਨਦੀ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ ਅਸੀਂ ਸਿਵਲ ਨਾਫਰਮਾਨੀ ਅੰਦੋਲਨ ਸਟਾਰਟ ਕਰਾਂਗੇ। ਤਾਂ 31 ਦਸੰਬਰ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਜਿਵੇਂ ਹੀ ਅਗਲਾ ਸੈਸ਼ਨ ਸ਼ੁਰੂ ਹੁੰਦਾ ਹੈ, ਕਾਂਗਰਸ ਨੇ 1930 ਦੇ ਵਿੱਚ ਸ਼ੁਰੂ ਹੁੰਦੇ ਜਿਹੜਾ ਭਾਰਤ ਨੂੰ ਆਜ਼ਾਦ ਐਲਾਨ ਕਰ ਦਿੱਤਾ ਅਤੇ ਇਸ ਲਈ ਉਹਨਾਂ ਨੇ ਜਿਹੜਾ ਹੈ 26 ਜਨਵਰੀ 1930 ਨੂੰ ਉਹਨਾਂ ਨੇ ਭਾਰਤ ਅੰਦਰ ਜਿਹੜਾ ਸੁਤੰਤਰਤਾ ਦਿਵਸ ਮਨਾਇਆ। ਤਾਂ ਕਈ ਵਾਰੀ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਪਹਿਲੀ ਵਾਰੀ ਸੁਤੰਤਰ ਦਿਵਸ ਕਦੋਂ ਮਨਾਇਆ ਗਿਆ, ਤਾਂ 26 ਜਨਵਰੀ 1930 ਨੂੰ ਜਿਹੜਾ ਹੈ ਪਹਿਲੀ ਵਾਰੀ ਉਹਨਾਂ ਨੇ ਸੁਤੰਤਰ ਦਿਵਸ ਮਨਾਇਆ, ਕਿਉਂਕਿ ਸਰਕਾਰ ਨੇ ਉਹਨਾਂ ਦੇ ਜਿਹੜੇ ਰਿਪੋਰਟ ਮੰਨਣ ਤੋਂ ਇਨਕਾਰ ਕਰ ਦਿੱਤਾ। ਤਾਂ ਸੁਤੰਤਰ ਦਿਵਸ ਮਨਾਇਆ ਗਿਆ ਜਦ ਕਿ ਲੋਕਾਂ ਨੇ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਜਨਤਕ ਸਭਾਵਾਂ ਵਿੱਚ ਸਵਰਾਜ ਪ੍ਰਾਪਤੀ ਲਈ ਜਿਹੜਾ ਆਪਣੇ ਆਪਣੇ ਥਾਵਾਂ ਤੇ ਸੰਕਲਪ ਕੀਤੇ। ਠੀਕ ਹੈ, ਤਾਂ ਡਾਕਟਰ ਰਾਜਿੰਦਰ ਪ੍ਰਸਾਦ ਜਿਹੜੇ ਸੀਗੇ ਉਹਨਾਂ ਨੇ ਵੀ ਕਿਹਾ ਕਿ ਲੋਕਾਂ ਦੇ ਵਿੱਚ ਉਹਨਾਂ ਦਿਨਾਂ ਵਿੱਚ ਅਸਾਧਾਰਨ ਜਿਹੜਾ ਉਤਸ਼ਾਹ ਸੀਗਾ। ਸਭ ਥਾਵਾਂ ਤੇ ਸੱਤਿਆਗ੍ਰਹਿ ਦੀ ਚਰਚਾ ਹੋ ਰਹੀ ਸੀਗੀ। ਬਾਰਦੌਲੀ ਵਿੱਚ ਸੱਤਿਆਗ੍ਰਹਿ ਜਿਹੜਾ ਸੀਗਾ ਉਸ ਦੀ ਜਿੱਤ ਜਿਹੜੀ ਸੀ ਹਾਲ ਹੀ ਵਿੱਚ ਹੋ ਚੁੱਕੀ ਸੀਗੀ, ਜਿਸ ਲਈ ਜਿਹੜਾ ਭਾਰਤੀਆਂ ਦਾ ਉਤਸ਼ਾਹ ਹੋਰ ਵੀ ਜ਼ਿਆਦਾ ਵੱਧ ਗਿਆ ਸੀਗਾ ਤੇ ਉਹ ਇਸ ਗੱਲ ਦੀ ਉਡੀਕ ਕਰ ਰਹੇ ਸੀਗੇ ਕਿ ਕਦੋਂ ਅਤੇ ਕਿਵੇਂ ਸੱਤਿਆਗ੍ਰਹਿ ਜਿਹੜਾ ਸ਼ੁਰੂ ਕੀਤਾ ਜਾਵੇ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਹੈ ਮਹਾਤਮਾ ਗਾਂਧੀ ਜਿਹੜੇ ਉਹ ਸਰਕਾਰ ਨੂੰ ਉਹਨਾਂ ਨੇ ਚੇਤਾਵਨੀ ਭਰਿਆ ਇੱਕ ਜਿਹੜਾ ਲੈਟਰ ਲਿਖਿਆ। ਉਹਨਾਂ ਨੇ ਕਿਹਾ ਕਿ ਲੂਣ ਸੱਤਿਆਗ੍ਰਹਿ ਸ਼ੁਰੂ ਕਰਨ ਤੋਂ ਪਹਿਲਾਂ ਗਾਂਧੀ ਨੇ ਵਾਇਸਰਾਏ ਨੂੰ ਇੱਕ ਚਿੱਠੀ ਲਿਖੀ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਬ੍ਰਿਟਿਸ਼ ਸਰਕਾਰ ਕਿਸ ਤਰ੍ਹਾਂ ਭਾਰਤ ਦੇ ਉੱਪਰ ਜਿਹੜਾ ਉਹ ਸ਼ੋਸ਼ਣ ਕਰ ਰਹੀ ਹੈ। ਉਹਨਾਂ ਨੇ ਇਸ ਚਿੱਠੀ ਵਿੱਚ 11 ਮੰਗਾਂ ਨੂੰ ਪੇਸ਼ ਕੀਤਾ ਅਤੇ ਨਾਲ ਹੀ ਇਹ ਵੀ ਲਿਖਿਆ ਕਿ ਜੇ ਉਹ ਇਹਨਾਂ ਤੇ ਵਿਚਾਰ ਵਟਾਂਦਰਾ ਕਰਨ ਦੀ ਇੱਛਾ ਰੱਖਦੇ ਹੋਣ ਤਾਂ ਉਹਨਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਗਾਂਧੀ ਜੀ ਨੇ ਯੰਗ ਇੰਡੀਆ ਦੇ ਵਿੱਚ ਵੀ ਜਿਹੜਾ ਸਪਸ਼ਟ ਕਰ ਦਿੱਤਾ ਸੀਗਾ ਕਿ ਜੇ ਸਰਕਾਰ ਉਹਨਾਂ ਦੀਆਂ 11 ਮੰਗਾਂ ਨੂੰ ਸਵੀਕਾਰ ਕਰ ਲੈਂਦੀ ਤਾਂ ਉਹ ਸਿਵਲ ਨਾਫਰਮਾਨੀ ਅੰਦੋਲਨ ਨੂੰ ਮੁਲਤਵੀ ਕਰ ਦੇਣਗੇ। ਪਰੰਤੂ ਵਾਇਸਰਾਏ ਨੇ ਗਾਂਧੀ ਜੀ ਦੀਆਂ 11 ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਕੋਈ ਸੰਤੋਸ਼ਜਨਕ ਜਿਹੜਾ ਉਹਨਾਂ ਨੂੰ ਉੱਤਰ ਦਿੱਤਾ। ਗਾਂਧੀ ਜੀ ਨੇ ਆਪਣੇ ਦੇਸ਼ ਵਾਸੀਆਂ ਨੂੰ ਕਿਹਾ, ਦੂਜੇ ਦੇਸ਼ਾਂ ਦੀ ਆਜ਼ਾਦੀ ਪ੍ਰਾਪਤ ਦੇ
ਦੂਜੇ ਉਪਾਅ ਭਲੇ ਹੀ ਹੋਣ, ਪਰ ਭਾਰਤ ਦੇ ਵਿੱਚ ਜਿਹੜਾ ਹੈ ਅਹਿੰਸਾਤਮਕ ਅਸਹਿਯੋਗ ਦੇ ਸਿਵਾਏ ਆਪਣੇ ਕੋਲ ਦੂਜਾ ਕੋਈ ਰਸਤਾ ਨਹੀਂ ਹੈ। ਠੀਕ ਹੈ ਜੀ। ਇਸ ਤਰ੍ਹਾਂ ਜਿਹੜਾ ਹੈ ਉਹਨਾਂ ਨੇ ਅੰਤਿਮ ਚੇਤਾਵਨੀ ਸਰਕਾਰ ਨੂੰ ਦੇ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਇਸ ਤੇ ਕੋਈ ਕਾਰਵਾਈ ਸਰਕਾਰ ਨੇ ਨਹੀਂ ਕੀਤੀ। ਤਾਂ ਅੱਗੇ ਆਪਾਂ ਪੜ੍ਹਦੇ ਹਾਂ ਜੀ। ਅੱਗੇ ਆਪਾਂ ਪੜਾਂਗੇ ਕਿ ਸਿਵਲ ਨਾਫਰਮਾਨੀ ਅੰਦੋਲਨ ਦਾ ਜਿਹੜਾ ਸ਼ੁਰੂਆਤ ਹੋਈ, ਫਿਰ ਉਸ ਦੀ ਪ੍ਰਗਤੀ ਕਿਵੇਂ ਹੁੰਦੀ ਹੈ ਜੀ। ਠੀਕ ਹੈ। ਤਾਂ ਪਹਿਲਾ ਪੁਆਇੰਟ ਇਹ 'ਚ ਹੈਗਾ ਗਾਂਧੀ ਜੀ ਦੀ ਲੂਣ ਸੱਤਿਆਗ੍ਰਹਿ ਯੋਜਨਾ। ਤੇ ਜਦੋਂ ਭਾਰਤ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ ਤੇ ਗਾਂਧੀ ਜੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਉਹ ਸਾਬਰਮਤੀ ਆਸ਼ਰਮ ਦੇ ਵਿੱਚ ਰਹਿੰਦੇ ਸੀਗੇ। ਕਾਂਗਰਸ ਕਾਰਜਕਾਰਨੀ ਸਮਿਤੀ ਦੀ ਜਿਹੜੀ ਬੈਠਕ ਹੈ ਉਹ 14 ਤੋਂ 16 ਫਰਵਰੀ 1930 ਤੱਕ ਸਾਬਰਮਤੀ ਆਸ਼ਰਮ ਦੇ ਵਿੱਚ ਹੋਈ। ਮੀਟਿੰਗ ਕਦੋਂ ਚੱਲੀ? 14 ਤੋਂ 16 ਫਰਵਰੀ 1930 ਤੱਕ ਸਾਬਰਮਤੀ ਆਸ਼ਰਮ ਦੇ ਵਿੱਚ ਜਿਹੜਾ ਹੈ ਇਹ ਮੀਟਿੰਗ ਉਹਨਾਂ ਨੇ ਕਾਂਗਰਸ ਦੀ ਚੱਲੀ। ਕਾਰਜਕਾਰਨੀ ਜਿਹੜੀ ਸਮਿਤੀ ਸੀਗੀ ਉਹਨਾਂ ਨੇ ਗਾਂਧੀ ਜੀ ਨੂੰ ਸਿਵਲ ਨਾਫਰਮਾਨੀ ਅੰਦੋਲਨ ਚਲਾਉਣ ਦੇ ਅਧਿਕਾਰ ਦੇ ਦਿੱਤੇ ਅਤੇ ਇਹ ਤੈਅ ਕੀਤਾ ਕਿ ਗਾਂਧੀ ਜੀ ਇੱਕ ਨਿਸ਼ਚਿਤ ਤਾਰੀਖ ਨੂੰ ਜਿਹੜਾ ਹੈ ਆਪਣੇ ਕੁਝ ਸਾਥੀਆਂ ਸਮੇਤ ਸਾਬਰਮਤੀ ਆਸ਼ਰਮ ਤੋਂ ਨਿਕਲਣਗੇ। ਠੀਕ ਹੈ ਜੀ। ਤਕਰੀਬਨ 1 ਮਹੀਨੇ ਤੱਕ ਪੈਦਲ ਚੱਲ ਕੇ ਸੂਰਤ ਜ਼ਿਲ੍ਹੇ ਦੇ ਡਾਂਡੀ ਨਾਂ ਦੇ ਪਿੰਡ ਵਿੱਚ ਸਮੁੰਦਰ ਦੇ ਕੰਢੇ ਪਹੁੰਚਣਗੇ। ਉੱਥੇ ਉਹ ਸਮੁੰਦਰ ਦੇ ਪਾਣੀ ਤੋਂ ਲੂਣ ਤਿਆਰ ਕਰਕੇ ਲੂਣ ਕਾਨੂੰਨ ਤੋੜਨਗੇ ਅਤੇ ਫਿਰ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੁਕਮ ਮਿਲਣ ਤੇ ਬਾਕੀ ਦੇਸ਼ਵਾਸੀ ਜਿਹੜਾ ਉਹ ਵੀ ਲੂਣ ਕਾਨੂੰਨ ਤੋੜਨਗੇ। ਮਹਾਤਮਾ ਗਾਂਧੀ ਨੇ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਲਾਰਡ ਇਰਵਿਨ ਨੂੰ ਚਿੱਠੀ ਲਿਖੀ ਜਿਸ ਵਿੱਚ ਉਹਨਾਂ ਨੇ ਸਿਵਲ ਨਾਫਰਮਾਨੀ ਅੰਦੋਲਨ ਦਾ ਉਦੇਸ਼ ਜਿਹੜਾ ਉਹ ਸਪਸ਼ਟ ਕੀਤਾ। ਇਹ ਚਿੱਠੀ ਜਿਹੜੀ ਹੈ ਗਾਂਧੀ ਜੀ ਨੇ 2 ਮਾਰਚ 1930 ਨੂੰ ਲਿਖੀ। 2 ਮਾਰਚ 1930 ਨੂੰ ਚਿੱਠੀ ਲਿਖੀ ਇਰਵਿਨ ਨੂੰ, ਲਾਰਡ ਇਰਵਿਨ ਨੂੰ ਚਿੱਠੀ ਲਿਖੀ ਗਈ। ਇਸ ਚਿੱਠੀ ਵਿੱਚ ਉਹਨਾਂ ਨੇ ਵਾਇਸਰਾਏ ਨੂੰ ਲਿਖਿਆ ਕਿ ਜੇਕਰ ਉਹ ਇਸ ਵਿਸ਼ੇ ਤੇ ਵਿਚਾਰ ਵਟਾਂਦਰਾ ਕਰਨ ਦੀ ਇੱਛਾ ਰੱਖਦੇ ਹੋਣ ਤਾਂ ਤੁਰੰਤ ਸੂਚਿਤ ਕਰਨ ਅਤੇ ਜੇ 11 ਮਾਰਚ 1930 ਤੱਕ ਕੋਈ ਸੰਤੋਸ਼ਜਨਕ ਉੱਤਰ ਨਾ ਮਿਲਿਆ ਤਾਂ ਉਹ 12 ਮਾਰਚ 1930 ਨੂੰ ਜਿਹੜਾ ਹੈ ਆਪਣਾ ਅੰਦੋਲਨ ਸ਼ੁਰੂ ਕਰ ਦੇਣਗੇ। ਇਸ ਚਿੱਠੀ ਦਾ ਵਾਇਸਰਾਏ ਨੇ ਉੱਤਰ ਦਿੱਤਾ। ਉਹਨਾਂ ਨੇ ਉੱਤਰ 'ਚ ਲਿਖਿਆ ਕਿ ਤੁਸੀਂ ਅਜਿਹਾ ਕੰਮ ਕਰਨ ਜਾ ਰਹੇ ਹੋ ਜਿਸ ਦੇ ਕਾਰਨ ਦੁਰਵਿਵਸਥਾ ਜਿਹੜੀ ਪੈਦਾ ਹੋ ਜਾਵੇਗੀ ਅਤੇ ਦੇਸ਼ ਵਿੱਚ ਜਿਹੜਾ ਹੈ ਸ਼ਾਂਤ ਵਾਤਾਵਰਣ ਦਾ ਅੰਤ ਹੋ ਜਾਵੇਗਾ। ਤਾਂ ਮਹਾਤਮਾ ਗਾਂਧੀ ਨੇ ਜਿਹੜਾ ਹੈ ਵਾਇਸਰਾਏ ਦੀ ਇਸ ਚਿੱਠੀ ਦਾ ਉੱਤਰ ਜਿਹੜਾ ਹੈ ਉਹਨਾਂ ਨੇ ਵਾਪਸ ਦੇ ਕੇ ਭੇਜਿਆ। ਉਹਨਾਂ ਨੇ ਉੱਤਰ ਦੇ ਵਿੱਚ ਲਿਖਿਆ ਕਿ ਮੈਂ ਰੋਟੀ ਮੰਗੀ ਸੀਗੀ ਅਤੇ ਮੈਨੂੰ ਰੋਟੀ ਦੀ ਥਾਂ ਜਿਹੜਾ ਪੱਥਰ ਮਿਲਿਆ। ਅੰਗਰੇਜ਼ ਜਾਤੀ ਸਿਰਫ ਤਾਕਤ ਨਾਲ ਹੀ ਜਿਹੜਾ ਦਬਾ ਸਕਦੀ ਹੈ ਅਤੇ ਇਸ ਲਈ ਮੈਨੂੰ ਵਾਇਸਰਾਏ ਦੇ ਉੱਤਰ ਤੇ ਕੋਈ ਜਿਹੜੀ ਹੈਰਾਨੀ ਨਹੀਂ ਹੋਈ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ। ਸਾਡੇ ਦੇਸ਼ ਦੀ ਕਿਸਮਤ ਵਿੱਚ ਤਾਂ ਜੇਲ੍ਹਖਾਨੇ ਦੀ ਸ਼ਾਂਤੀ ਹੀ ਜਿਹੜੀ ਹੈ ਉਹ ਇੱਕੋ ਸ਼ਾਂਤੀ ਹੈ। ਸਮੁੱਚਾ ਜਿਹੜਾ ਭਾਰਤ ਵਰਸ਼ ਹੈ ਇੱਕ ਬਹੁਤ ਵੱਡੀ ਜੇਲ੍ਹ ਹੈ। ਮੈਂ ਇਸ ਅੰਗਰੇਜ਼ੀ ਕਾਨੂੰਨ ਨੂੰ ਮੰਨਣ ਤੋਂ ਇਨਕਾਰ ਕਰਦਾ ਹਾਂ ਅਤੇ ਇਸ ਜ਼ਬਰਦਸਤੀ ਦੀ ਸ਼ਾਂਤੀ ਦੀ ਮਨਹੂਸ ਇਕਸੁਰਤਾ ਨੂੰ ਭੰਗ ਕਰਨਾ ਆਪਣਾ ਪਵਿੱਤਰ ਫਰਜ਼ ਸਮਝਦਾ। ਇਸ ਸ਼ਾਂਤੀ ਨਾਲ ਦੇਸ਼ ਦਾ ਗਲਾ ਬੈਠਿਆ ਹੋਇਆ ਹੈ। ਹੁਣ ਇਸ ਦੇ ਦਿਲ ਦੀ ਚੀਖ ਪੁਕਾਰ ਜਿਹੜੀ ਉਹ ਪ੍ਰਗਟ ਹੋਣੀ ਚਾਹੀਦੀ ਹੈ। ਤਾਂ ਇਹ ਜਿਹੜਾ ਪੈਰਾਗ੍ਰਾਫ ਹੈ ਇਹਨੂੰ ਤੁਸੀਂ ਜਿਹੜਾ ਰਿਪੀਟ ਕਰਕੇ ਇੱਕ ਵਾਰ ਦੁਬਾਰਾ ਸੁਣ ਲੈਣਾ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਲਾਈਨ ਜਿਹੜੀ ਹੈ, ਪੂਰਾ ਪੈਰਾਗ੍ਰਾਫ ਤਾਂ ਨਹੀਂ ਪੁੱਛਿਆ ਜਾਂਦਾ ਲੇਕਿਨ ਇਹਨਾਂ ਦੇ ਵਿੱਚੋਂ ਕੋਈ ਵੀ ਲਾਈਨ ਰੱਖ ਕੇ ਪੁੱਛ ਲਈ ਜਾਂਦੀ ਹੈ ਕਿ ਇਹ ਲਾਈਨ ਜਿਹੜੀ ਹੈ ਕਿਹਨਾਂ ਦੁਆਰਾ ਕਹੀ ਗਈ ਹੈ। ਜਿਵੇਂ ਕਿ ਆਪਾਂ ਪਿਛਲੇ ਆਬਜੈਕਟਿਵ ਟਾਈਪ ਕੁਐਸਚਨਸ ਦੇ ਵਿੱਚ ਪੜਿਆ ਤਾਂ ਇਹ ਪੁੱਛ ਲਿਆ ਜਾਂਦਾ ਡਾਇਰੈਕਟ ਕਿ ਇਹ ਸ਼ਬਦ ਜਿਹੜੇ ਕਿਸ ਨੇ ਕਹੇ। ਤਾਂ ਇਹ ਸਾਰੇ ਮਹਾਤਮਾ ਗਾਂਧੀ ਦੁਆਰਾ ਕਿਹਾ ਗਿਆ ਪੈਰਾਗ੍ਰਾਫ ਹੈ। ਇੱਕ ਕੀ ਸੀਗਾ, ਇਹ ਇਰਵਿਨ ਨੂੰ ਉਹਨਾਂ ਦੇ ਪੱਤਰ ਦਾ ਜਵਾਬ ਦਿੱਤਾ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਅਗਲਾ ਹੈ ਜੀ ਡਾਂਡੀ ਕੂਚ। ਤਾਂ ਮਹਾਤਮਾ ਗਾਂਧੀ ਨੇ ਸਿਵਲ ਨਾਫਰਮਾਨੀ ਅੰਦੋਲਨ ਦੀ ਸ਼ੁਰੂਆਤ ਜਿਹੜੀ ਹੈ ਡਾਂਡੀ ਯਾਤਰਾ ਨਾਲ ਕੀਤੀ। ਅਹਿੰਸਾਤਮਕ ਢੰਗਾਂ ਨੂੰ ਅਪਣਾਉਂਦੇ ਹੋਏ ਮਹਾਤਮਾ ਗਾਂਧੀ ਨੇ ਜਦੋਂ ਉਹਨਾਂ ਦਾ ਕੋਈ ਜਵਾਬ ਨਹੀਂ ਚੱਲਿਆ ਤਾਂ ਫਿਰ ਉਹਨਾਂ ਨੇ 12 ਮਾਰਚ 1930 ਨੂੰ ਆਪਣੇ 78 ਉਹਦੇ ਨਾਲ ਜਿਹੜੇ ਸੀਗੇ ਆਪਣੇ 78 ਕਾਰਜਕਰਤਾਵਾਂ ਨਾਲ ਜਿਹੜਾ ਹੈ ਸਾਬਰਮਤੀ ਆਸ਼ਰਮ ਤੋਂ ਸਮੁੰਦਰ ਕੰਢੇ ਵੱਲ ਜਿਹੜਾ ਉਹ ਕੂਚ ਕਰ ਦਿੱਤਾ। 200 ਮੀਲ ਦੀ ਲੰਬੀ ਯਾਤਰਾ ਮਹਾਤਮਾ ਗਾਂਧੀ ਨੇ 24 ਦਿਨਾਂ ਦੇ ਵਿੱਚ ਤੈਅ ਕੀਤੀ। ਰਸਤੇ ਵਿੱਚ ਹਜ਼ਾਰਾਂ ਲੋਕਾਂ ਨੇ ਜਿਹੜਾ ਗਾਂਧੀ ਜੀ ਦਾ ਹਾਰਦਿਕ ਸਵਾਗਤ ਕੀਤਾ। ਗਾਂਧੀ ਜੀ ਰਸਤੇ ਵਿੱਚ ਲੋਕਾਂ ਨੂੰ ਆਤਮ ਬਲੀਦਾਨ ਅਤੇ ਅਹਿੰਸਾ ਦਾ ਜਿਹੜਾ ਉਪਦੇਸ਼ ਦਿੰਦੇ ਜਾਂਦੇ ਸਨ। ਜਵਾਹਰ ਲਾਲ ਨਹਿਰੂ ਨੇ ਇਸ ਯਾਤਰਾ ਦੇ ਬਾਰੇ ਵਿੱਚ ਉਹਨਾਂ ਨੇ ਵੀ ਕੁਝ ਲਿਖਿਆ। ਉਹਨਾਂ ਨੇ ਕਿਹਾ ਕਿ ਲੋਕਾਂ ਨੇ ਜਿਉਂ-ਜਿਉਂ ਦਿਨ ਪ੍ਰਤੀ ਦਿਨ ਕਰਦੀ ਹੋਈ ਤੀਰਥ ਯਾਤਰੀਆਂ ਦੀ ਇਸ ਪ੍ਰਗਤੀ ਨੂੰ ਦੇਖਿਆ ਤਿਉਂ-ਤਿਉਂ ਜਿਹੜਾ ਦੇਸ਼ ਦਾ ਤਾਪਮਾਨ ਜਿਹੜਾ ਉਹ ਵੱਧਦਾ ਗਿਆ। ਜਨਤਾ ਵਿੱਚ ਦੇਸ਼ ਭਗਤੀ ਤੇ ਬਲੀਦਾਨ ਦੀ ਮਹਾਨ ਭਾਵਨਾ ਜਿਹੜਾ ਪੈਦਾ ਹੋਈ ਜਿਵੇਂ ਕਿ ਪਹਿਲਾਂ ਕਦੇ ਵੀ ਜਿਹੜੀ ਦੇਖੀ ਨਹੀਂ ਗਈ। ਡਾਂਡੀ ਯਾਤਰਾ ਦੇ ਮਹੱਤਵ ਉੱਪਰ ਚਾਨਣਾ ਪਾਉਂਦੇ ਹੋਏ ਸੁਭਾਸ਼ ਚੰਦਰ ਬੋਸ ਨੇ ਇਸ ਦੀ ਤੁਲਨਾ ਜਿਹੜੀ ਹੈ ਉਹ ਨੈਪੋਲੀਅਨ ਦਾ ਪੈਰਿਸ ਮਾਰਚ,
ਅਤੇ ਮੁਸੋਲਿਨੀ ਦੇ ਰੋਮ ਮਾਰਚ ਨਾਲ ਕੀਤੀ। ਇਹ ਦੋਨੋਂ ਯਾਦ ਰੱਖਿਓ ਤੁਸੀਂ, ਨੈਪੋਲੀਅਨ ਦਾ ਪੈਰਿਸ ਮਾਰਚ, ਨੈਪੋਲੀਅਨ ਦਾ ਪੈਰਿਸ ਮਾਰਚ ਤੇ ਮੁਸੋਲਿਨੀ ਦੇ ਰੋਮ ਮਾਰਚ। ਮੁਸੋਲਿਨੀ ਦੇ ਰੋਮ ਮਾਰਚ, ਇਹਨਾਂ ਦੋਹਾਂ ਨਾਲ ਜਿਹੜੀ ਹੈ ਸੁਭਾਸ਼ ਚੰਦਰ ਬੋਸ ਨੇ ਇਹਨਾਂ ਦੋਹਾਂ ਨਾਲ ਜਿਹੜਾ ਹੈ ਉਹ ਡਾਂਡੀ ਮਾਰਚ ਦੀ ਜਿਹੜੀ ਹੈ ਤੁਲਨਾ ਕੀਤੀ। ਠੀਕ ਹੈ ਜੀ। ਅੰਗਰੇਜ਼ਾਂ ਅਤੇ ਐਂਗਲੋ ਇੰਡੀਅਨ ਅਖਬਾਰਾਂ ਨੇ ਜਿਹੜਾ ਹੈ ਉਹਨਾਂ ਨੇ ਇਸ ਇਤਿਹਾਸਿਕ ਜਿਹੜੀ ਯਾਤਰਾ ਸੀ ਉਸ ਦਾ ਕਾਫੀ ਮਖੌਲ ਉਡਾਇਆ। ਉਹਨਾਂ ਨੂੰ ਅਮਹੱਤਵਪੂਰਨ ਦੱਸਿਆ ਵੀ ਇਹ ਤਾਂ ਬੇਕਾਰ ਜਿਹੜਾ ਇਹਨਾਂ ਨੇ ਸਿਸਟਮ ਸ਼ੁਰੂ ਕੀਤਾ। ਇਸ ਤਰ੍ਹਾਂ ਇੱਕ ਸਟੇਟਸਮੈਨ ਸੀਗਾ, ਰਾਈਟਰ, ਸਟੇਟਸਮੈਨ ਨੇ ਕਿਹਾ ਸੀਗਾ ਕਿ ਮਹਾਤਮਾ ਗਾਂਧੀ ਉਸ ਸਮੇਂ ਤੱਕ ਪਾਣੀ ਉਬਾਲਦੇ ਰਹਿਣਗੇ ਜਦ ਤੱਕ ਕਿ ਭਾਰਤ ਨੂੰ ਉਪਨਿਵੇਸ਼ਕ ਸਵਰਾਜ ਪ੍ਰਾਪਤ ਨਾ ਹੋ ਜਾਵੇ। ਇਸ ਤਰ੍ਹਾਂ ਕਹਿ ਕੇ ਉਹਨਾਂ ਨੇ ਜਿਹੜਾ ਮਖੌਲ ਉਡਾਇਆ। ਇਹ ਵੀ ਲਾਈਨ ਜਿਹੜੀ ਹੈ ਬਹੁਤ ਵਾਰੀ ਐਗਜ਼ਾਮਸ ਦੇ ਵਿੱਚ ਪੁੱਛੀ ਜਾ ਚੁੱਕੀ ਹੈ ਕਿ ਮਹਾਤਮਾ ਗਾਂਧੀ ਉਸ ਸਮੇਂ ਤੱਕ ਪਾਣੀ ਉਬਾਲਦੇ ਰਹਿਣਗੇ ਜਦ ਤੱਕ ਕਿ ਭਾਰਤ ਨੂੰ ਉਪਨਿਵੇਸ਼ਕ ਸਵਰਾਜ ਪ੍ਰਾਪਤ ਨਾ ਹੋ ਜਾਵੇ। ਇਹ ਕਿਸ ਦੁਆਰਾ ਲਿਖਿਆ ਗਿਆ ਸੀਗਾ ਜਾਂ ਕਿਸ ਦੁਆਰਾ ਕਹੇ ਗਏ ਸੀਗੇ? ਤਾਂ ਇਹ ਸਟੇਟਸਮੈਨ ਦੁਆਰਾ ਜਿਹੜਾ ਹੈ ਇਹ ਕਹੇ ਗਏ ਸੀਗੇ। ਇਸ ਤੋਂ ਇਲਾਵਾ ਜਿਹੜਾ ਹੈ ਬ੍ਰੇਲਸਫੋਰਡ, ਉਹਨਾਂ ਨੇ ਵੀ ਕਿਹਾ ਸੀਗਾ। ਬ੍ਰੇਲਸਫੋਰਡ ਅੰਗਰੇਜ਼ ਸੀਗਾ, ਉਹਨਾਂ ਨੇ ਆਪਣੇ ਪੱਤਰਕਾਰ ਸੀਗਾ ਇੱਕ, ਉਹਨਾਂ ਨੇ ਵੀ ਮਜ਼ਾਕ ਬਣਾਉਂਦੇ ਹੋਏ ਕਿਹਾ ਸੀਗਾ ਕਿ ਸਮਰਾਟ ਨੂੰ ਕੇਤਲੀ ਵਿੱਚ ਖੋਲਦੇ ਹੋਏ ਪਾਣੀ ਦੁਆਰਾ ਜਿਹੜਾ ਹੈ ਉਹ ਗੱਦਿਓਂ ਥੱਲੇ ਲਾਇਆ ਜਾ ਸਕਦਾ ਹੈ, ਉਹਨੂੰ ਜਿਹੜਾ ਆਪਣੇ ਤਾਜ ਤੋਂ ਥੱਲੇ ਉਤਾਰਿਆ ਜਾ ਸਕਦਾ ਹੈ ਕੇਤਲੀ ਵਿੱਚ ਖੋਲਦੇ ਹੋਏ ਪਾਣੀ ਦੁਆਰਾ। ਤਾਂ ਉਹਨਾਂ ਨੇ ਇਸ ਤਰ੍ਹਾਂ ਜਿਹੜਾ ਹੈ ਇਸ ਦਾ ਮਜ਼ਾਕ ਉਡਾਇਆ ਸੀਗਾ। ਤੇ ਇਹ ਲਾਈਨ ਵੀ ਤੁਸੀਂ ਯਾਦ ਰੱਖਣੀ ਹੈ ਕਿ ਸਮਰਾਟ ਨੂੰ ਕੇਤਲੀ ਵਿੱਚ ਖੋਲਦੇ ਹੋਏ ਪਾਣੀ ਦੁਆਰਾ ਗੱਦਿਓਂ ਲਾਇਆ ਜਾ ਸਕਦਾ ਹੈ। ਕਿਸ ਨੇ ਕਿਹਾ ਸੀਗਾ? ਇਹ ਬ੍ਰੇਲਸਫੋਰਡ ਨੇ ਕਿਹਾ ਸੀਗਾ ਜੀ। ਪਹਿਲਾ ਸੀਗਾ, ਪਹਿਲੀ ਲਾਈਨ ਜਿਹੜੀ ਬੋਲੀ ਸੀ ਉਹ ਸਟੇਟਸਮੈਨ ਨੇ ਬੋਲੀ ਸੀਗੀ। ਇਹ ਦੂਜੀ ਜਿਹੜੀ ਹੈ ਆਪਾਂ ਗੱਲ ਕਰ ਰਹੇ ਹਾਂ ਉਹ ਬ੍ਰੇਲਸਫੋਰਡ ਦੁਆਰਾ ਕਹੀ ਗਈ। ਠੀਕ ਹੈ ਜੀ। ਇਹ ਦੋਨੋਂ ਲਾਈਨਾਂ ਤੁਸੀਂ ਰਿਪੀਟ ਕਰਕੇ ਸੁਣ ਲਿਓ ਇੱਕ ਵਾਰੀ ਅਤੇ ਇਹਨਾਂ ਦੇ ਨਾਮ ਥੋੜਾ ਧਿਆਨ 'ਚ ਰੱਖ ਲਿਓ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਗਾਂਧੀ ਜੀ ਦੀ ਜਿਹੜੀ ਹੈ ਡਾਂਡੀ ਯਾਤਰਾ ਸੀਗਾ ਉਸਨੇ ਦੇਸ਼ ਦੇ ਵਿੱਚ ਜਿਹੜੀ ਹੈ ਉਹ ਪੂਰੀ ਤਰ੍ਹਾਂ ਅੱਗ ਲਾ ਦਿੱਤੀ। ਠੀਕ ਹੈ ਜੀ। ਤੇ ਜਿਵੇਂ ਜਿਵੇਂ ਜਿਹੜਾ ਹੈ ਇਹ ਯਾਤਰਾ ਸ਼ੁਰੂ ਹੁੰਦੀ ਗਈ, ਲੋਕ ਜਿਹੜਾ ਇਸ ਦੇ ਝੰਡੇ ਥੱਲੇ ਉਹ ਇਕੱਠੇ ਹੁੰਦੇ ਗਏ, ਵਿਚਾਰ ਫੈਲ ਗਿਆ ਅਤੇ ਅਲੱਗ-ਅਲੱਗ ਰੂਪ ਦੇ ਵਿੱਚ ਜਿਹੜਾ ਉਹ ਪ੍ਰਗਟ ਹੋਣ ਲੱਗੇ। ਜਿਵੇਂ ਜਿਵੇਂ ਵਿਚਾਰਾਂ ਅਤੇ ਭਾਵਨਾਵਾਂ ਨੂੰ ਛੂਟ ਮਿਲੀ, ਲੋਕਾਂ ਦੀ ਜਿਹੜੀ ਕਿਰਿਆ ਸੀਗੀ, ਕਿਰਿਆ ਸ਼ਕਤੀ ਦੇ ਬੰਧਨ ਵੀ ਜਿਹੜੇ ਉਹ ਖੁੱਲ ਗਏ। ਇਸ ਡਾਂਡੀ ਯਾਤਰਾ ਨੂੰ ਜਿਹੜਾ ਹੈ ਸ਼ੁਰੂ ਵਿੱਚ ਤਾਂ ਮਜ਼ਾਕ ਉਡਾਇਆ ਗਿਆ, ਪਰ ਬਾਅਦ ਦੇ ਵਿੱਚ ਜਿਹੜਾ ਹੈ ਉਸ ਨੂੰ ਧਿਆਨ ਨਾਲ ਦੇਖਿਆ ਜਾਣ ਲੱਗਿਆ ਅਤੇ ਅੰਤ ਦੇ ਵਿੱਚ ਜਿਹੜਾ ਇਸ ਦੀ ਪ੍ਰਸ਼ੰਸਾ ਵੀ ਕੀਤੀ ਜਾਣ ਲੱਗੀ। ਸ਼ਹਿਰ ਤਾਂ ਡਰਦੇ ਰਹੇ ਉਸ ਟਾਈਮ, ਪਰ ਪਿੰਡ ਜਿਹੜੇ ਸੀਗੇ ਉਹ ਪਿੱਛੇ ਪਿੱਛੇ ਚੱਲ ਪਏ। ਸਿੱਧੇ ਸਾਦੇ ਲੋਕਾਂ ਦਾ ਗਾਂਧੀ ਜੀ ਦੇ ਅਚੂਕ ਫੈਸਲੇ ਤੇ ਜਿਹੜਾ ਉਹ ਪੂਰਾ ਵਿਸ਼ਵਾਸ ਸੀ। ਉਹਨਾਂ ਦਾ ਸੱਤਿਆਗ੍ਰਹਿ ਕਿਸੇ ਸੁਰੱਖਿਅਤ ਭੰਡਾਰ ਜਾਂ ਅਨੰਤ ਮਹਾਸਾਗਰ ਦੀ ਲੁੱਟ ਜਾਂ ਧਾਵਾ ਨਹੀਂ ਸੀਗਾ। ਇਹ ਅੰਗਰੇਜ਼ਾਂ ਦੀ ਸੱਤਾ ਦੇ ਵਿਰੁੱਧ ਜਿਹੜਾ ਹੈ ਉਹ 33 ਕਰੋੜ ਭਾਰਤੀਆਂ ਦੀ ਬਗਾਵਤ ਦਾ ਜਿਹੜਾ ਪ੍ਰਗਟਾਵਾ ਕਰਨਾ ਸੀਗਾ ਉਸ ਟਾਈਮ। ਠੀਕ ਹੈ ਜੀ। ਤਾਂ ਸਾਰੇ ਸੰਸਾਰ ਦੀਆਂ ਜਿਹੜੀਆਂ ਅੱਖਾਂ ਸੀਗੀਆਂ ਉਹ ਉਸ ਟਾਈਮ ਲੱਗੀਆਂ ਹੋਈਆਂ ਸੀ ਗਾਂਧੀ ਜੀ ਉੱਪਰ। ਡਾਕਟਰਾਂ ਦਾ ਕਹਿਣਾ ਸੀਗਾ ਕਿ ਗਾਂਧੀ ਜੀ ਇੰਨੇ ਸਫ਼ਰ ਵਿੱਚ ਜਿਹੜਾ ਉਹ ਟੁੱਟ ਜਾਣਗੇ, ਪਰੰਤੂ ਉਹਨਾਂ ਦੀ ਤਾਕਤ ਦਾ ਅੰਦਾਜ਼ਾ ਜਿਹੜਾ ਉਹ 24ਵੇਂ ਦਿਨ ਲੱਗਿਆ, ਜਦੋਂ 24ਵੇਂ ਦਿਨ ਨਸਵਾਰੀ ਦੀ ਜਨਤਾ ਨੂੰ ਉਹਨਾਂ ਨੇ ਜਿਹੜਾ ਹੈ ਕੁਝ ਸ਼ਬਦ ਕਹੇ। ਉਹਨਾਂ ਨੇ ਕਿਹਾ ਕਿ ਧਰਤੀ ਉੱਪਰ ਕਿਹੜੀ ਤਾਕਤ ਹੈਗੀ ਜਿਹੜੀ ਭਾਰਤੀਆਂ ਨੂੰ ਸਵਰਾਜ ਲੈਣ ਤੋਂ ਰੋਕ ਸਕਦੀ ਹੈ। ਜੇ ਅਜਿਹੀ ਕੋਈ ਤਾਕਤ ਹੋਵੇਗੀ ਤਾਂ ਮੈਂ ਉਸ ਨੂੰ ਦੇਖ ਲਵਾਂਗਾ। ਇਸ ਤਰ੍ਹਾਂ ਦੇ ਸ਼ਬਦ ਜਦੋਂ ਕਹੇ ਉਹਨਾਂ ਨੇ ਜੋਸ਼ ਭਰੇ ਤਰੀਕੇ ਨਾਲ, ਤਾਂ ਉਹਨਾਂ ਦਾ ਜੋਸ਼ ਜਿਹੜਾ 24ਵੇਂ ਦਿਨ ਵੀ ਪੂਰਾ ਬਰਕਰਾਰ ਸੀਗਾ। ਠੀਕ ਹੈ ਜੀ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੀਆਂ ਮੈਂ ਮੰਗਾਂ ਲੈ ਕੇ ਚੱਲਿਆ, ਜਾਂ ਤਾਂ ਮੈਂ ਉਹ ਲੈ ਕੇ ਮੁੜਾਂਗਾ, ਨਹੀਂ ਤਾਂ ਮੇਰੀ ਲਾਸ਼ ਜਿਹੜੀ ਉਹ ਸਮੁੰਦਰ ਤੇ ਤੈਰਦੀ ਮਿਲੇਗੀ। ਤਾਂ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਪੂਰੇ ਜੋਸ਼ ਨਾਲ ਉੱਤੇ ਭਾਸ਼ਣ ਦਿੱਤਾ ਅਤੇ ਲੋਕਾਂ ਦੇ ਵਿੱਚ ਜਿਹੜਾ ਕਾਫੀ ਉਤਸ਼ਾਹ ਪੈਦਾ ਕੀਤਾ। ਗਾਂਧੀ ਜੀ ਦੇ ਨਾਲ ਜਿਹੜਾ ਹੈ ਹਜ਼ਾਰਾਂ ਲੋਕ ਉੱਥੇ ਪਹੁੰਚ ਚੁੱਕੇ ਸੀਗੇ। 6 ਅਪ੍ਰੈਲ 1930 ਨੂੰ ਜਿਹੜਾ ਹੈ 12 ਮਾਰਚ ਨੂੰ ਸਟਾਰਟ ਕੀਤਾ ਸੀਗਾ। 6 ਅਪ੍ਰੈਲ 1930 ਨੂੰ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਸਮੁੰਦਰੀ ਕੰਢੇ ਦੇ ਉੱਪਰ ਲੂਣ ਬਣਾ ਕੇ ਲੂਣਕਾਂ ਨੂੰ ਜਿਹੜਾ ਉਹ ਤੋੜਿਆ ਗਿਆ। ਇਸ ਨਾਲ ਸਾਰੇ ਦੇਸ਼ ਦੇ ਵਿੱਚ ਜਿਹੜਾ ਉਹ ਸੱਤਿਆਗ੍ਰਹਿ ਫੈਲ ਗਿਆ। ਭਾਰਤ ਵਿੱਚ ਲੰਬੇ ਸਮੁੰਦਰੀ ਕੰਢੇ ਤੇ ਹਰੇਕ ਜਿਹੜਾ ਪਿੰਡ ਸੀਗਾ ਉਹ ਬੱਠਲ ਜਾਂ ਕਰੋ ਤਸਲਾ ਲੈ ਕੇ ਲੂਣ ਲੈਣ ਲਈ ਜਿਹੜਾ ਸਮੁੰਦਰ ਦੇ ਵਿੱਚ ਉਤਰ ਪਿਆ।
ਪੁਲਿਸ ਨੇ ਜਿਹੜਾ ਹੈ ਸਮੂਹਿਕ ਰੂਪ ਦੇ ਵਿੱਚ ਜਿਹੜੇ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਤਾਕਤ ਦੀ ਵਰਤੋਂ ਵੀ ਕੀਤੀ। ਸੱਤਿਆਗ੍ਰਹੀ ਲੋਕ ਜਿਹੜੇ ਸੀ ਉਹ ਗ੍ਰਿਫਤਾਰੀ ਦਾ ਵਿਰੋਧ ਨਹੀਂ ਕਰ ਰਹੇ ਸੀ। ਉਹਨਾਂ ਦਾ ਮਕਸਦ ਹੀ ਇਹੀ ਸੀਗਾ ਕਿ ਆਪਾਂ ਜਾਣਬੁੱਝ ਕੇ ਕਾਨੂੰਨ ਤੋੜ ਰਹੇ ਹਾਂ, ਨਾ ਕਿ ਕੋਈ ਲੁਕਾ ਛੁਪੀ ਨਾਲ। ਇਸ ਲਈ ਉਹਨਾਂ ਨੇ ਜਿਹੜਾ ਹੈ ਸ਼ਰੇਆਮ ਗ੍ਰਿਫਤਾਰੀਆਂ ਜਿਹੜੀਆਂ ਆਪਣੀਆਂ ਦਿੱਤੀਆਂ। ਠੀਕ ਹੈ ਜੀ। ਸਿਵਲ ਨਾਫਰਮਾਨੀ ਅੰਦੋਲਨ ਦੇ ਵਿੱਚ ਲੋਕਾਂ ਨੂੰ ਲੂਣ ਅਤੇ ਦੂਜੇ ਕਾਨੂੰਨ ਤੋੜਨ ਦਾ ਜਿਹੜਾ ਸੁਝਾਅ ਦਿੱਤਾ ਗਿਆ ਸੀਗਾ ਅਤੇ ਕਾਨੂੰਨ ਤੋੜਦੇ ਹੋਏ ਜਿਹੜਾ ਹੈ ਖੁਸ਼ੀ ਨਾਲ ਜੇਲ੍ਹ ਜਾਣ ਦੀ ਪ੍ਰੇਰਣਾ ਦਿੱਤੀ ਗਈ ਸੀ। ਠੀਕ ਹੈ ਜੀ। 9 ਅਪ੍ਰੈਲ ਨੂੰ ਗਾਂਧੀ ਜੀ ਨੇ ਦੇਸ਼ ਦੇ ਸਾਹਮਣੇ ਕਾਰਜਕ੍ਰਮ ਰੱਖਦੇ ਹੋਏ ਕਿਹਾ ਸੀਗਾ ਕਿ ਹਰ ਪਿੰਡ ਮਣਾ ਜਿਹੜਾ ਹੈ ਲੂਣ ਨੂੰ ਬਣਾਵੇ ਜਾਂ ਪ੍ਰਾਪਤ ਕਰੇ। ਭੈਣਾਂ ਜਿਹੜੀਆਂ ਨੇ ਉਹ ਸ਼ਰਾਬ ਦੀਆਂ ਦੁਕਾਨਾਂ, ਅਫੀਮ ਦੇ ਅੱਡੇ ਅਤੇ ਵਿਦੇਸ਼ੀ ਕੱਪੜਿਆਂ ਦੇ ਵੇਚਣ ਵਾਲੀਆਂ ਦੁਕਾਨਾਂ ਦੇ ਸਾਹਮਣੇ ਧਰਨਾ ਦੇਣ, ਵਿਦੇਸ਼ੀ ਕੱਪੜੇ ਜਲਾਏ ਜਾਣ ਅਤੇ ਹਿੰਦੂ ਜਿਹੜੇ ਨੇ ਉਹ ਛੂਤ-ਛਾਤ ਨੂੰ ਛੱਡਣ, ਵਿਦਿਆਰਥੀ ਜਿਹੜੇ ਨੇ ਸਰਕਾਰੀ ਸਕੂਲਾਂ ਨੂੰ ਛੱਡਣ ਅਤੇ ਸਰਕਾਰੀ ਨੌਕਰ ਜਿਹੜੇ ਨੇ ਆਪਣੀਆਂ ਨੌਕਰੀਆਂ ਤੋਂ ਅਸਤੀਫਾ ਦੇ ਦੇਣ। ਠੀਕ ਹੈ ਜੀ। ਇਸ ਤਰ੍ਹਾਂ ਨਾਲ ਜਿਹੜਾ ਉਹਨਾਂ ਨੇ ਆਪਣਾ ਕਾਰਜਕ੍ਰਮ ਰੱਖਦੇ ਹੋਏ ਲੋਕਾਂ ਨੂੰ ਦੱਸਿਆ। ਮਹਾਤਮਾ ਗਾਂਧੀ ਦੁਆਰਾ ਲੂਣ ਕਾਨੂੰਨ ਤੋੜਦੇ ਹੀ ਜਿਵੇਂ ਉਹਨਾਂ ਨੇ ਲੂਣ ਕਾਨੂੰਨ ਤੋੜਿਆ, ਇਹ ਅੰਦੋਲਨ ਜਿਹੜਾ ਇੱਕਦਮ ਸਾਰੇ ਭਾਰਤ ਦੇ ਵਿੱਚ ਫੈਲਿਆ। ਸਾਰੀਆਂ ਥਾਵਾਂ ਤੇ ਲੋਕਾਂ ਨੇ ਜਿਹੜਾ ਹੈ ਲੂਣ ਕਾਨੂੰਨ ਅਤੇ ਇਸ ਦੇ ਨਾਲ ਦੂਜੇ ਕਾਨੂੰਨਾਂ ਨੂੰ ਜਿਹੜਾ ਹੈ ਉਹ ਤੋੜਿਆ। ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਦਾ ਬਾਈਕਾਟ ਕਰ ਦਿੱਤਾ ਅਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਸਰਕਾਰੀ ਨੌਕਰੀਆਂ ਤੋਂ ਵੀ ਜਿਹੜਾ ਅਸਤੀਫਾ ਦੇ ਦਿੱਤਾ। ਸ਼ਰਾਬ, ਅਫੀਮ, ਵਿਦੇਸ਼ੀ ਵਸਤੂਆਂ ਦੀਆਂ ਦੁਕਾਨਾਂ ਅੱਗੇ ਜਿਹੜੇ ਧਰਨੇ ਦਿੱਤੇ ਗਏ। ਸਿਰਫ ਕਹਿੰਦੇ ਕਿ ਦਿੱਲੀ ਦੇ ਵਿੱਚ ਜਿਹੜਾ 1600 ਔਰਤਾਂ ਨੇ ਜਿਹੜਾ ਹੈ ਸ਼ਰਾਬ ਦੀਆਂ ਦੁਕਾਨਾਂ ਅੱਗੇ ਧਰਨੇ ਦਿੱਤੇ। ਵਿਦੇਸ਼ੀ ਵਸਤੂਆਂ ਦੇ ਬਾਈਕਾਟ ਦਾ ਕੰਮ ਵੀ ਜਿਹੜਾ ਜ਼ੋਰਾਂ ਤੇ ਰਿਹਾ ਅਤੇ ਥਾਂ-ਥਾਂ ਤੇ ਜਿਹੜਾ ਵਿਦੇਸ਼ੀ ਕੱਪੜੇ ਤੇ ਹੋਰ ਵਸਤੂ ਜਿਹੜੀਆਂ ਜਲਾਈਆਂ ਗਈਆਂ। ਤਰਾਸਨਾ ਦੇ ਵਿੱਚ ਜਿਹੜਾ ਹੈ ਤਰਾਸਨਾ ਦੇ ਯੁੱਧ ਵੀ ਆਪਾਂ ਪਿੱਛੇ ਪੜਿਆ। ਤਰਾਸਨਾ ਦੇ ਵਿੱਚ 2500 ਸੱਤਿਆਗ੍ਰਹੀਆਂ ਨੇ ਲੂਣ ਦੇ ਗੋਦਾਮ ਉੱਤੇ ਜਿਹੜਾ ਹੈ ਉਹ ਹਮਲਾ ਕਰ ਦਿੱਤਾ ਅਤੇ ਪੁਲਿਸ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਮੁੰਬਈ ਵਿੱਚ ਅੰਗਰੇਜ਼ ਵਪਾਰੀਆਂ ਦੀਆਂ 16 ਮਿੱਲਾਂ ਬੰਦ ਹੋ ਗਈਆਂ ਅਤੇ 32,000 ਮਜ਼ਦੂਰ ਜਿਹੜੇ ਬੇਰੁਜ਼ਗਾਰ ਹੋ ਗਏ। ਇਸ ਤੋਂ ਉਲਟ ਜਿਹੜਾ ਸੀਗਾ ਭਾਰਤੀ ਵਪਾਰੀ, ਉਹਨਾਂ ਦੀਆਂ ਮਿੱਲਾਂ ਜਿਹੜੀਆਂ ਹੈ ਉਹ ਦੁੱਗਣੀਆਂ ਹੋ ਗਈਆਂ। ਕਿਸਾਨਾਂ ਨੇ ਵੀ ਇਸ ਅੰਦੋਲਨ 'ਚ ਵੱਧ ਚੜ ਕੇ ਹਿੱਸਾ ਲਿਆ। ਕਿਸਾਨਾਂ ਨੇ ਸਰਕਾਰ ਨੂੰ ਕਰ ਦੇਣੇ ਬੰਦ ਕਰ ਦਿੱਤੇ। ਮੱਧ ਪ੍ਰਦੇਸ਼ ਵਿੱਚ ਜੰਗਲ ਸੰਬੰਧੀ ਕਾਨੂੰਨ ਜਿਹੜਾ ਉਹ ਵੀ ਤੋੜਿਆ ਗਿਆ। ਇਸ ਲਈ ਜਿਹੜਾ ਸਰਕਾਰ ਨੇ ਇਸ ਅੰਦੋਲਨ ਨੂੰ ਤੇਜ਼ੀ ਨਾਲ ਵੱਧਦੇ ਹੋਏ ਦੇਖ ਕੇ ਇਸ ਨੂੰ ਦਬਾਉਣ ਲਈ ਜਿਹੜਾ ਆਪਣਾ ਜਬਰ ਚੱਕਰ ਪੂਰੀ ਤਰ੍ਹਾਂ ਚਲਾ ਦਿੱਤਾ। ਸਰਕਾਰ ਨੇ ਲਗਭਗ 60,000 ਵਿਅਕਤੀਆਂ ਨੂੰ ਜਿਹੜਾ ਸਰਕਾਰੀ ਕਾਨੂੰਨ ਤੋੜਨ ਦੇ ਕਾਰਨ ਜੇਲ੍ਹ ਦੀ ਯਾਤਰਾ ਕਰਵਾਈ। ਗਵਰਨਰ ਨੇ ਇਸ ਅੰਦੋਲਨ ਨੂੰ ਦਬਾਉਣ ਲਈ 6 ਅਧਿਆਦੇਸ਼ ਜਾਰੀ ਕੀਤੇ, ਜਿਨ੍ਹਾਂ ਦੁਆਰਾ ਸਰਕਾਰ ਨੂੰ ਵਿਸ਼ੇਸ਼ ਤਾਕਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ। ਸੱਤਿਆਗ੍ਰਹਿ ਉੱਪਰ ਲਾਠੀਚਾਰਜ ਕੀਤਾ ਗਿਆ, ਹਮਲੇ ਕੀਤੇ ਗਏ। ਕਾਂਗਰਸ ਨੂੰ ਗੈਰ ਕਾਨੂੰਨੀ ਸੰਸਥਾ ਜਿਹੜਾ ਉਹ ਐਲਾਨ ਕਰ ਦਿੱਤਾ ਗਿਆ। ਪੇਸ਼ਾਵਰ ਦੇ ਵਿੱਚ 23 ਅਪ੍ਰੈਲ 1930 ਨੂੰ ਬੜੀ ਬੇਰਹਿਮੀ ਨਾਲ ਜਿਹੜਾ ਹੈ ਨਿਹੱਥੇ ਲੋਕਾਂ ਦੇ ਉੱਪਰ ਗੋਲੀਆਂ ਦੀ ਵਾਰਦਾਤ ਕੀਤੀ ਗਈ, ਜਿਸ ਨੇ ਕਿਹੜਾ ਉਸ ਟਾਈਮ ਜਲਿਆਂਵਾਲਾ ਜਿਹੜਾ ਹੱਤਿਆਕਾਂਡ ਹੋਇਆ ਸੀ ਉਸ ਦੀ ਯਾਦ ਜਿਹੜੀ ਉਹ ਤਾਜ਼ਾ ਕਰਵਾ ਦਿੱਤੀ ਸੀ। ਵੱਡੇ ਵੱਡੇ ਕਾਂਗਰਸੀ ਨੇਤਾਵਾਂ ਨੂੰ ਕੈਦੀ ਬਣਾ ਲਿਆ ਗਿਆ। 5 ਮਈ 1930 ਨੂੰ ਗਾਂਧੀ ਜੀ ਨੂੰ ਵੀ ਗ੍ਰਿਫਤਾਰ 5 ਮਈ 1930 ਨੂੰ ਗਾਂਧੀ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ। ਠੀਕ ਹੈ ਜੀ। ਗਾਂਧੀ ਜੀ ਦੀ ਗ੍ਰਿਫਤਾਰੀ ਨਾਲ ਜਿਹੜਾ ਹੈ ਭਾਰਤ ਵਿੱਚ ਸਨਸਨੀ ਫੈਲ ਗਈ। ਅੰਦੋਲਨ ਨੇ ਭਿਆਨਕ ਰੂਪ ਧਾਰਨ ਕਰ ਲਿਆ। ਮੁੰਬਈ, ਕਲਕੱਤਾ ਅਤੇ ਦੂਜੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜਾ ਭਾਰੀ ਹੜਤਾਲ ਹੋ ਗਈ। ਬੰਬਈ ਵਿੱਚ ਇੱਕ ਵੱਡਾ ਜਲੂਸ ਕੱਢਿਆ ਗਿਆ ਤੇ ਸ਼ਾਮ ਨੂੰ ਇੱਕ ਹੋਰ ਵੱਡੀ ਸਾਰੀ ਸਭਾ ਜਿਹੜੀ ਉਸ ਟਾਈਮ ਬੁਲਾਈ ਗਈ। 50,000 ਮਜ਼ਦੂਰਾਂ ਨੇ ਕੰਮ ਕਰਨਾ ਜਿਹੜਾ ਉਹ ਛੱਡ ਦਿੱਤਾ। ਕੱਪੜਾ ਵਪਾਰੀ ਲਗਾਤਾਰ 6 ਦਿਨ ਦੀ ਹੜਤਾਲ ਤੇ ਰਹੇ। ਸ਼ੋਲਾਪੁਰ ਦੇ ਵਿੱਚ ਪੁਲਿਸ ਚੌਕੀਆਂ ਜਲਾ ਦਿੱਤੀਆਂ ਗਈਆਂ ਅਤੇ ਪੁਲਿਸ ਨੂੰ ਗੋਲੀ ਚਲਾਉਣੀ ਪਈ ਉਸ ਜਗ੍ਹਾ ਤੇ ਉਸ ਨੂੰ ਰੋਕਣ ਲਈ। ਕਈ ਦੁਰਘਟਨਾਵਾਂ ਦੇ ਵਿੱਚ ਜਿਹੜੇ ਹੈ 23 ਵਿਅਕਤੀ ਮਾਰੇ ਗਏ ਅਤੇ 1000 ਜ਼ਖਮੀ ਹੋ ਗਏ। ਹਜ਼ਾਰਾਂ ਲੋਕ ਜਿਹੜੇ ਸੀ ਉੱਥੇ ਜ਼ਖਮੀ ਹੋ ਗਏ। ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ MP ਦੇ ਵਿੱਚ ਜੰਗਲ ਕਾਨੂੰਨ ਜਿਹੜਾ ਬਣਾਇਆ ਹੋਇਆ ਸੀਗਾ ਉਹ ਅਤੇ ਕਲਕੱਤਾ ਦੇ ਵਿੱਚ ਜਿਹੜਾ ਸੈਡੀਸ਼ਨ ਕਾਨੂੰਨ ਸੀਗਾ ਉਸ ਦੀ ਜਿਹੜੀ ਉਲੰਘਣਾ ਕੀਤੀ ਗਈ। ਸਰਕਾਰ ਨੇ ਇਸ ਅੰਦੋਲਨ ਨੂੰ ਕੁਚਲਣ ਲਈ ਸਭ ਤਰ੍ਹਾਂ ਦੇ ਜਿਹੜੇ ਜ਼ੁਲਮ ਕੀਤੇ। ਇਹਨਾਂ ਜ਼ੁਲਮਾਂ ਨਾਲ ਅੰਦੋਲਨ ਕਮਜ਼ੋਰ ਹੋਣ ਦੀ ਬਜਾਏ ਜਿਹੜਾ ਉਹ ਜ਼ਿਆਦਾ ਜ਼ੋਰ ਫੜਦਾ ਗਿਆ। ਕਈ ਥਾਵਾਂ ਤੇ ਲੋਕਾਂ ਨੇ ਜਿਹੜਾ ਹਿੰਸਾਤਮਕ ਕੰਮ ਵੀ ਜਿਹੜਾ ਕੀਤੇ ਅਤੇ ਕਈ ਥਾਂ ਉਹਨਾਂ ਨੇ ਜਿਹੜਾ ਹੈ 6 ਪੁਲਿਸ ਥਾਣੇ ਸਮੇਤ ਪੁਲਿਸ ਸਮੇਤ ਜਿਹੜਾ ਥਾਣੇ ਜਿਹੜੇ ਸੀ ਸਾੜ ਦਿੱਤੇ। ਇਸ ਤਰ੍ਹਾਂ ਜਿਹੜਾ ਦੋਵਾਂ ਪਾਸੇ ਜਿਹੜਾ ਹੈ ਇੱਕ ਦੂਜੇ ਨੂੰ ਦਬਾਉਣ ਲਈ ਜਿਹੜਾ ਪੂਰੀਆਂ ਕਾਰਵਾਈਆਂ ਉਹ ਚੱਲਦੀਆਂ ਰਹੀਆਂ। ਠੀਕ ਹੈ ਜੀ। ਉਸ ਤੋਂ ਬਾਅਦ ਦੇਖਦੇ ਹਾਂ ਆਪਾਂ ਕਿ ਅੰਦੋਲਨ ਦਾ ਜਿਹੜਾ ਹੈ ਉਹ ਮੁਲਤਵੀ ਕਿਵੇਂ ਕੀਤਾ ਗਿਆ। ਤਾਂ ਸਾਈਮਨ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਬ੍ਰਿਟਿਸ਼ ਸਰਕਾਰ ਨੇ 1930 ਦੇ ਵਿੱਚ ਇੱਕ ਗੋਲ ਮੇਜ਼ ਸੰਮੇਲਨ ਲੰਡਨ ਦੇ ਵਿੱਚ ਬੁਲਾਇਆ। ਇਸ ਸੰਮੇਲਨ ਦੇ ਵਿੱਚ ਜਿਹੜਾ ਹੈ ਉਹ ਜਿਹੜਾ 1930 ਦੇ ਵਿੱਚ ਗੋਲ ਮੇਜ਼ ਸੰਮੇਲਨ ਬੁਲਾਇਆ ਗਿਆ। ਠੀਕ ਹੈ, ਜਿਹਦੇ ਵਿੱਚ
89 ਜਿਹੜੇ ਪ੍ਰਤੀਨਿਧੀ ਸੀਗੇ ਉਹਨਾਂ ਨੇ ਹਿੱਸਾ ਲਿਆ, ਜਿਨ੍ਹਾਂ ਦੇ ਵਿੱਚੋਂ ਜਿਹੜੇ 57 ਸੀਗੇ ਉਹ ਤਾਂ ਬ੍ਰਿਟਿਸ਼ ਭਾਰਤ ਦੇ ਸੀਗੇ, ਤੇ ਜਿਹੜੇ 16 ਸੀਗੇ ਉਹ ਭਾਰਤੀ ਰਿਆਸਤ ਤੋਂ ਸੀਗੇ, ਭਾਰਤੀ ਰਿਆਸਤਾਂ ਤੋਂ, ਅਤੇ 16 ਹੋਰ ਜਿਹੜੇ ਸੀਗੇ ਉਹ ਬ੍ਰਿਟਿਸ਼ ਪਾਰਲੀਮੈਂਟ ਤੋਂ ਸੀਗੇ, ਪਾਰਲੀਮੈਂਟ ਤੋਂ ਸੀਗੇ। ਠੀਕ ਹੈ, ਅਤੇ ਬ੍ਰਿਟਿਸ਼ ਪਾਰਲੀਮੈਂਟ ਦੇ ਵੀ ਜਿਹੜੇ ਹੈ 3 ਵੱਡੇ ਜਿਹੜੇ ਰਾਜਨੀਤਿਕ ਦਲ ਸੀ ਉਹਨਾਂ ਦੇ ਪ੍ਰਤੀਨਿਧੀ ਸੀਗੇ। ਕਾਂਗਰਸ ਪਾਰਟੀ ਦਾ ਕੋਈ ਵੀ ਪ੍ਰਤੀਨਿਧੀ ਇਸ 'ਚ ਸ਼ਾਮਿਲ ਨਹੀਂ ਸੀਗਾ, ਕਿਉਂਕਿ ਉਹ ਸਾਰੇ ਕਿੱਥੇ ਸੀਗੇ, ਉਹ ਜੇਲ੍ਹਾਂ ਦੇ ਵਿੱਚ ਬੰਦ ਸੀਗੇ। ਸੰਮੇਲਨ ਵਿੱਚ ਕੁਝ ਗੱਲਾਂ ਉੱਤੇ ਵਿਚਾਰ ਵਟਾਂਦਰਾ ਹੋਇਆ, ਪਰ ਜਿਹੜਾ ਹੈ ਉਸ ਟਾਈਮ ਇਹ ਨਿਸ਼ਚਿਤ ਕੀਤਾ ਗਿਆ ਕਿ ਕਾਂਗਰਸ ਤੋਂ ਬਿਨਾਂ ਜਿਹੜਾ ਹੈ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ। ਇਸ ਲਈ ਉਹਨਾਂ ਨੇ ਦੂਜਾ ਸੰਮੇਲਨ ਬੁਲਾਏ ਜਾਣ ਦੀ ਗੱਲ ਕੀਤੀ ਗਈ ਅਤੇ ਇਸ ਵਿੱਚ ਕਾਂਗਰਸ ਨੂੰ ਹਿੱਸਾ ਲੈਣ ਲਈ ਤਿਆਰ ਕੀਤਾ ਜਾਵੇ, ਇਸ ਬਾਰੇ ਗੱਲ ਕੀਤੀ ਗਈ। ਉਹਦੇ ਫਲਸਰੂਪ 26 ਜਨਵਰੀ 1931 ਨੂੰ ਜਿਹੜਾ ਸਰਕਾਰ ਨੇ ਸਾਰੇ ਕਾਂਗਰਸੀ ਨੇਤਾਵਾਂ ਨੂੰ ਛੱਡ ਦਿੱਤਾ ਅਤੇ 5 ਮਾਰਚ 1931 ਨੂੰ ਗਾਂਧੀ ਜੀ ਅਤੇ ਵਾਇਸਰਾਏ ਵਿਚਕਾਰ ਇੱਕ ਸਮਝੌਤਾ ਹੋਇਆ। ਕਦੋਂ ਛੱਡੇ ਗਏ ਸਾਰੇ ਜਿਹੜੇ 26 ਜਨਵਰੀ 1931 ਨੂੰ ਜਿਹੜਾ ਸੀ ਸਾਰੇ ਜੇਲ੍ਹਾਂ ਦੇ ਵਿੱਚ ਬੰਦ ਕੈਦੀ ਜੀ ਬਣਾ ਰੱਖੇ ਸੀ ਉਹਨਾਂ ਨੂੰ ਛੱਡ ਦਿੱਤਾ। ਉਸ ਤੋਂ ਬਾਅਦ 5 ਮਾਰਚ 1931 ਨੂੰ ਇੱਕ ਸਮਝੌਤਾ ਹੋਇਆ ਗਾਂਧੀ ਅਤੇ ਇਰਵਿਨ ਦੇ ਵਿਚਕਾਰ, ਜਿਹਨੂੰ ਆਪਾਂ ਕੀ ਬੋਲਦੇ ਹਾਂ, ਗਾਂਧੀ ਇਰਵਿਨ ਸਮਝੌਤਾ। ਗਾਂਧੀ ਇਰਵਿਨ ਸਮਝੌਤਾ ਜਿਹਨੂੰ ਬੋਲਿਆ ਜਾਂਦਾ ਹੈ, ਕਦੋਂ ਹੋਇਆ? 5 ਮਾਰਚ 1931 ਨੂੰ ਜਿਹੜਾ ਹੋਇਆ। ਇਸ ਸਮਝੌਤੇ ਅਨੁਸਾਰ ਜਿਹੜਾ ਹੈ ਕਾਂਗਰਸ ਨੇ ਅੰਦੋਲਨ ਨੂੰ ਮੁਲਤਵੀ ਕਰ ਦਿੱਤਾ ਅਤੇ ਉਹ ਦੂਜੇ ਗੋਲਮੇਜ਼ ਸੰਮੇਲਨ 'ਚ ਹਿੱਸਾ ਲੈਣ ਲਈ ਜਿਹੜਾ ਉਹ ਸਹਿਮਤ ਹੋ ਗਏ। ਠੀਕ ਹੈ ਜੀ, ਇਸ ਤਰ੍ਹਾਂ ਜਿਹੜਾ ਇਰਵਿਨ ਸੀਗਾ ਉਹਨੇ ਜਿਹੜਾ ਹੈ ਗਾਂਧੀ ਨੂੰ ਮਨਾ ਲਿਆ ਕਿ ਆਪਾਂ ਜਿਹੜਾ ਦੂਜਾ ਗੋਲਮੇਜ਼ ਸੰਮੇਲਨ ਕਰਦੇ ਹਾਂ, ਮੀਟਿੰਗ ਕਰਦੇ ਹਾਂ, ਉਹਦੇ ਜਿਹੜਾ ਤੁਹਾਡੀ ਸੁਣਵਾਈ ਕੀਤੀ ਜਾਏਗੀ। ਤਾਂ ਇਹਨਾਂ ਕਹਿਣ ਤੇ ਜਿਹੜਾ ਹੈ ਗਾਂਧੀ ਨੇ ਆਪਣਾ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਹਨੂੰ ਮੁਲਤਵੀ ਕਰਤਾ ਉਸ ਟਾਈਮ ਅਤੇ ਹਿੱਸਾ ਲੈਣ ਲਈ ਗੋਲਮੇਜ਼ ਦੇ ਵਿੱਚ ਤਿਆਰ ਹੋ ਗਏ। ਉਸ ਤੋਂ ਬਾਅਦ ਜਿਹੜਾ ਹੈ ਅੱਗੇ ਦੂਜੀ ਗੋਲਮੇਜ਼ ਸੰਮੇਲਨ 1931 ਦੇ ਵਿੱਚ ਹੋਇਆ। ਪਹਿਲਾ ਕਦੋਂ ਹੋਇਆ ਸੀ? 1930 ਚ। ਦੂਜਾ ਕਦੋਂ ਹੋਇਆ? 1931 ਚ ਦੂਜਾ ਗੋਲਮੇਜ਼ ਸੰਮੇਲਨ ਹੋਇਆ। ਉਹਦੇ ਵਿੱਚ ਜਦੋਂ ਇਹ ਗਏ ਤਾਂ ਇੰਗਲੈਂਡ ਦੇ ਵਿੱਚ ਉਸ ਸਮੇਂ ਜਿਹੜਾ ਹੈ ਇੰਗਲੈਂਡ ਦਾ ਮੰਤਰੀ ਮੰਡਲ ਉਹ ਬਦਲ ਚੁੱਕਿਆ ਸੀਗਾ। ਉਸ ਟਾਈਮ ਉਸ 'ਚ ਰਾਜਨੀਤਿਕ ਵਾਤਾਵਰਣ ਜਿਹੜਾ ਕਾਫੀ ਪਰਿਵਰਤਨ ਆ ਚੁੱਕਿਆ ਸੀਗਾ। ਤਾਂ ਸੰਮੇਲਨ ਦੇ ਵਿੱਚ ਕੋਈ ਜਿਹੜੀ ਵੀ ਕਾਰਵਾਈ ਕੀਤੀ ਗਈ ਉਸ ਨੂੰ ਦੇਖ ਕੇ ਮਹਾਤਮਾ ਗਾਂਧੀ ਜੀ ਨੂੰ ਬਹੁਤ ਜਿਹੜੀ ਨਿਰਾਸ਼ਾ ਹੋਈ, ਕਿਉਂਕਿ ਦੂਜੇ ਦਲਾਂ ਦੇ ਸਾਰੇ ਪ੍ਰਤੀਨਿਧੀ ਜਿਹੜੇ ਸੰਪਰਦਾਇਕਤਾ ਦੇ ਸਮਰਥਨ 'ਚ ਸਨ ਅਤੇ ਗਵਰਨਰ ਜਨਰਲ ਤੇ ਗਵਰਨਰ ਨੂੰ ਜਿਹੜਾ ਹੈ ਜੋ ਕਿ ਵਿਸ਼ੇਸ਼ ਤਾਕਤਾਂ ਦਿੱਤੀਆਂ ਗਈਆਂ ਸੀ ਉਹਨਾਂ ਦੀ ਵਿਵਸਥਾ ਕੀਤੀ ਗਈ ਸੀਗੀ, ਉਹ ਭਾਰਤ ਲਈ ਜਿਹੜੀਆਂ ਸੀ ਉਹ ਲਾਭਦਾਇਕ ਨਹੀਂ ਸੀਗੀਆਂ। ਮਹਾਤਮਾ ਗਾਂਧੀ ਲੰਡਨ ਤੋਂ ਜਿਹੜਾ ਹੈ ਉਹ ਮਾਯੂਸ ਹੋ ਕੇ ਵਾਪਸ ਮੁੜੇ। ਗਾਂਧੀ ਜੀ ਨੂੰ ਆਉਂਦੇ ਹੀ ਜਿਹੜਾ ਹੈ ਭਾਰਤ ਦੇ ਵਿੱਚ ਰਾਜਨੀਤਿਕ ਹਾਲਤ ਤੋਂ ਪੂਰੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ, ਕਿਉਂਕਿ ਜਦੋਂ ਗਾਂਧੀ ਜੀ ਇੱਥੋਂ ਚਲੇ ਗਏ ਗੋਲਮੇਜ਼ ਮੇਲ ਲੰਡਨ ਗਏ ਤਾਂ ਪਿੱਛੋਂ ਜਿਹੜਾ ਹੈ ਇੱਥੋਂ ਦੇ ਗਵਰਨਰ ਨੇ ਵਾਇਸਰਾਏ ਵਿਲਿੰਗਟਨ ਜਿਹੜਾ ਸੀਗਾ ਉਹਨੇ ਜਿਹੜਾ ਹੈ ਗਾਂਧੀ ਇਰਵਿਨ ਜਿਹੜਾ ਸਮਝੌਤਾ ਕਰਕੇ ਗਏ ਸੀ ਇੱਥੋਂ ਉਹਦੀਆਂ ਪੂਰੀਆਂ ਧੱਜੀਆਂ ਉਡਾ ਦਿੱਤੀਆਂ ਤੇ, ਕਿਉਂ ਗਾਂਧੀ ਜੀ ਇੱਥੇ ਹੈ ਨਹੀਂ ਸੀਗੇ। ਇੱਥੇ ਜਿਹੜਾ ਅੰਦੋਲਨ ਸੀ ਉਹ ਮੁਲਤਵੀ ਹੋ ਚੁੱਕਿਆ ਸੀਗਾ, ਤਾਂ ਪਿੱਛੋਂ ਉਹਨਾਂ ਨੇ ਜਿਹੜਾ ਹੈ ਵਿਲਿੰਗਟਨ ਨੇ ਸਾਰਾ ਕੁਝ ਉਤਰ-ਪੁਤਰ ਕਰ ਦਿੱਤਾ। ਉਹ ਕਾਂਗਰਸ ਨੂੰ ਜਿਹੜਾ ਖਤਮ ਕਰਨ ਤੇ ਉਤਾਰੂ ਹੋ ਗਿਆ ਸੀਗਾ। ਸਰਕਾਰ ਨੇ ਉੱਤਰ ਪੱਛਮੀ ਸਰਹੱਦੀ ਸੂਬੇ ਜਿਹੜੇ ਖਾਨ ਅਬਦੁਲ ਗਫਾਰ ਖਾਨ ਅਤੇ ਉਸਦੇ ਭਰਾ ਡਾਕਟਰ ਖਾਨ ਸਾਹਿਬ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਦਾ ਜਿਹੜਾ ਦਲ ਸੀਗਾ ਖੁਦਾਈ ਖਿਦਮਤਗਾਰੀ ਉਹਨਾਂ ਨੇ ਦਲ ਬਣਾਇਆ ਹੋਇਆ ਸੀਗਾ। ਇਹ ਵੀ ਕੁਐਸਚਨ ਆ ਸਕਦਾ, ਤੁਸੀਂ ਨੋਟ ਕਰਿਓ ਕਿ ਖੁਦਾਈ ਖਿਦਮਤਗਾਰ ਜਿਹੜੀ ਸੀਗੇ ਇਹ ਦਲ ਕਿਹਨਾਂ ਦੁਆਰਾ ਬਣਾਇਆ ਗਿਆ ਸੀਗਾ? ਤਾਂ ਇਹ ਬਣਾਇਆ ਸੀਗਾ ਜੀ ਖਾਨ ਅਬਦੁਲ ਗਫਾਰ ਖਾਨ ਅਤੇ ਉਸ ਦਾ ਜਿਹੜਾ ਬ੍ਰਦਰ ਸੀਗਾ ਡਾਕਟਰ ਖਾਨ ਸਾਹਿਬ, ਉਹਨੂੰ ਬੋਲਿਆ ਜਾਂਦਾ ਸੀ ਖਾਨ ਸਾਹਿਬ। ਉਹਨਾਂ ਦੁਆਰਾ ਜਿਹੜਾ ਸੀਗਾ ਇਹ ਬਣਾਇਆ ਗਿਆ ਸੀਗਾ ਦਲ ਖੁਦਾਈ ਖਿਦਮਤਗਾਰੀ। ਉਹਨੂੰ ਜਿਹੜਾ ਸਰਕਾਰ ਨੇ ਗੈਰ ਕਾਨੂੰਨੀ ਸੰਸਥਾ ਜਿਹੜਾ ਐਲਾਨ ਕਰ ਦਿੱਤਾ। ਠੀਕ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦੇ ਝਗੜਿਆਂ ਨੂੰ ਲੈ ਕੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬੰਗਾਲ, ਉੱਤਰ ਪੱਛਮੀ ਸਰਹੱਦੀ ਸੂਬਾ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਉਹ ਅਧਿਆਦੇਸ਼ ਦੁਆਰਾ ਜਿਹੜਾ ਸ਼ਾਸਨ ਚਲਾਇਆ ਜਾ ਰਿਹਾ ਸੀਗਾ। ਗਾਂਧੀ ਜੀ ਨੇ ਇਸ ਗੰਭੀਰ ਸਥਿਤੀ ਨੂੰ ਹੱਲ ਕਰਨ ਲਈ ਜਿਹੜਾ ਹੈ ਲਾਰਡ ਵਿਲਿੰਗਟਨ ਨੂੰ ਮਿਲਣ ਲਈ ਬੇਨਤੀ ਕੀਤੀ, ਪਰ ਜਿਹੜਾ ਵਾਇਸਰਾਏ ਸੀਗਾ ਵਿਲਿੰਗਟਨ ਉਸਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਇਸ ਤੇ ਕਾਂਗਰਸ ਕਾਰਜਕਾਰਨੀ ਸਮਿਤੀ ਨੇ ਜਿਹੜਾ ਸਾਰੀ ਸਥਿਤੀ ਦੇ ਵਿਚਾਰ ਕਰਨ ਲਈ ਇੱਕ ਮੀਟਿੰਗ ਬੁਲਾਈ। ਕਾਂਗਰਸ ਨੇ ਸਰਕਾਰ ਨੂੰ ਧਮਕੀ ਦਿੱਤੀ ਕਿ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਿਆ ਤਾਂ ਉਹ ਮੁੜ ਸਿਵਲ ਨਾਫਰਮਾਨੀ ਅੰਦੋਲਨ ਜਿਹੜਾ ਉਹ ਸ਼ੁਰੂ ਕਰ ਦੇਣਗੇ।
ਸਰਕਾਰ ਨੇ ਕਾਂਗਰਸ ਦੀ ਇਸ ਧਮਕੀ ਨੂੰ ਜਿਹੜਾ ਬਿਲਕੁਲ ਹੀ ਬੇਪਰਵਾਹ, ਉਹਦੀ ਕੋਈ ਪਰਵਾਹ ਨਹੀਂ ਮੰਨੀ। ਉਹ ਕਾਂਗਰਸ ਨਾਲ ਟੱਕਰ ਲੈਣ ਲਈ ਜਿਹੜਾ ਤਿਆਰ ਹੋ ਗਏ। ਇਸ ਲਈ 3 ਜਨਵਰੀ 1932 ਨੂੰ ਗਾਂਧੀ ਜੀ ਨੇ ਸਿਵਲ ਨਾਫਰਮਾਨੀ ਅੰਦੋਲਨ ਦੀ ਮੁੜ ਤੋਂ ਸ਼ੁਰੂਆਤ ਕਰਨ ਦੀ ਘੋਸ਼ਣਾ ਕੀਤੀ ਅਤੇ ਸਰਕਾਰ ਨੇ 4 ਜਨਵਰੀ ਨੂੰ ਜਿਹੜਾ ਹੈ ਗਾਂਧੀ ਅਤੇ ਦੂਜੇ ਕਾਂਗਰਸ ਨੇਤਾਵਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ। ਤਾਂ ਦੁਬਾਰਾ ਜਦੋਂ ਕਦੋਂ ਸ਼ੁਰੂਆਤ ਹੋਈ? 3 ਜਨਵਰੀ 1932 ਨੂੰ। 3 ਜਨਵਰੀ 1932 ਨੂੰ ਦੁਬਾਰਾ ਤੋਂ ਜਿਹੜਾ ਹੈ ਸਿਵਲ ਨਾਫਰਮਾਨੀ ਅੰਦੋਲਨ ਚਲਾਉਣ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਗਈ। ਉਸ ਤੋਂ ਬਾਅਦ ਜਿਹੜਾ ਹੈ ਜਿੰਨੇ ਵੀ ਕਾਂਗਰਸ ਨਾਲ ਰਿਲੇਟਡ ਬੰਦੇ ਨਜ਼ਰ ਆਏ ਉਹਨਾਂ ਨੇ ਸਭ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਕੈਦੀ ਬਣਾ ਲਿਆ। ਜਿਸ ਤੇ ਵੀ ਸ਼ੱਕ ਹੁੰਦਾ ਸੀ ਕਿ ਕਾਂਗਰਸ ਦਾ ਬੰਦਾ ਹੈ ਤਾਂ ਇਸ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਜਿਹੜਾ ਉਹਨਾਂ ਨੇ ਕਾਫੀ ਲੋਕਾਂ ਨੂੰ ਕੈਦੀ ਬਣਾ ਲਿਆ ਅਤੇ ਅੰਦੋਲਨ ਤੋਂ ਅਲੱਗ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਫਿਰ ਵੀ ਜਿਹੜਾ ਅੰਦੋਲਨ ਖਤਮ ਨਹੀਂ ਹੋ ਪਾਇਆ। ਉਸ ਤੋਂ ਬਾਅਦ ਆਪਾਂ ਪੜਾਂਗੇ ਜੀ ਕਿ 8 ਮਈ 1933 ਨੂੰ 8 ਮਈ 1933 ਨੂੰ ਮਹਾਤਮਾ ਗਾਂਧੀ ਨੇ ਜਿਹੜਾ ਹੈ 21 ਦਿਨ ਲਈ ਵਰਤ ਸ਼ੁਰੂ ਕੀਤਾ। 21 ਦਿਨ ਲਈ ਜਿਹੜਾ ਹੈ ਵਰਤ ਸ਼ੁਰੂ ਕੀਤਾ। ਇਹ ਹਰਿਜਨਾਂ ਉੱਪਰ ਕੀਤੀਆਂ ਗਈਆਂ ਬੇਇਨਸਾਫੀਆਂ ਲਈ ਜਿਹੜਾ ਪਛਤਾਵਾ ਹੀ ਸੀਗਾ। ਮਹਾਤਮਾ ਗਾਂਧੀ ਨੂੰ ਬ੍ਰਿਟਿਸ਼ ਸਰਕਾਰ ਨੇ ਉਸੇ ਦਿਨ ਜੇਲ੍ਹ ਤੋਂ ਛੱਡ ਦਿੱਤਾ। ਗਾਂਧੀ ਦੀ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਸਿਵਲ ਨਾਫਰਮਾਨੀ ਅੰਦੋਲਨ ਜਿਹੜਾ ਹੈ ਉਸ ਨੂੰ ਜਿਹੜਾ ਹੈ ਮੁਅੱਤਲ ਕਰਨ ਦਾ ਵਿਚਾਰ ਕੀਤਾ। ਕੁਝ ਸੋਚ ਵਿਚਾਰ ਦੇ ਬਾਅਦ ਲੋਕ ਅੰਦੋਲਨ ਜਿਹੜਾ ਉਹ ਖਤਮ ਕਰ ਦਿੱਤਾ ਗਿਆ, ਪਰ ਵਿਅਕਤੀਗਤ ਅੰਦੋਲਨ ਜਿਹੜਾ ਉਹ ਜਾਰੀ ਰਿਹਾ ਅਤੇ ਇਹ ਵੀ ਜਿਹੜਾ ਮਾਰਚ 1934 ਤੱਕ ਹੌਲੀ-ਹੌਲੀ ਜਿਹੜਾ ਇਹ ਖਤਮ ਹੋ ਗਿਆ। ਅਸਲ ਦੇ ਵਿੱਚ ਜਿਹੜਾ ਹੈ 1932 ਈਸਵੀ ਦੇ ਬਾਅਦ 1932 ਤੋਂ ਬਾਅਦ ਜਿਹੜਾ ਹੈ ਇੱਕ ਵਾਰ ਜਦੋਂ ਉਹਨਾਂ ਨੇ ਖਾਰਜ ਕਰ ਦਿੱਤਾ ਸੀਗਾ ਇਰਵਿਨ ਦੇ ਕਹਿਣ ਦੇ ਉੱਪਰ, ਤਾਂ ਉਸ ਤੋਂ ਬਾਅਦ ਇਹ ਹੌਲੀ-ਹੌਲੀ ਜਿਹੜਾ ਢਿੱਲਾ ਪੈ ਗਿਆ ਅਤੇ 1934 ਈਸਵੀ ਤੱਕ ਕਹਿ ਲਓ ਕਿ ਇਹ ਲਗਭਗ ਖਤਮ ਹੋ ਚੁੱਕਾ ਸੀਗਾ। ਤਾਂ ਗੱਲ ਕਰੀਏ ਕਿ ਇਹ ਜਿਹੜਾ ਅੰਦੋਲਨ ਸੀਗਾ 1930 ਤੋਂ ਲੈ ਕੇ 1934 ਤੱਕ ਚੱਲਿਆ। ਠੀਕ ਹੈ ਜੀ। ਤਾਂ ਦੇਖਣ 'ਚ ਇਹ ਲੱਗਦਾ ਹੈ ਕਿ ਇਹ ਜਿਹੜਾ ਸਫਲ ਨਹੀਂ ਹੋਇਆ ਕਿਉਂਕਿ ਸਵਰਾਜਤਾ ਪ੍ਰਾਪਤੀ ਹੋਈ ਨਹੀਂ। ਗਾਂਧੀ ਜੀ ਦੇ ਅੰਦੋਲਨ ਖਤਮ ਕਰਨ ਦੀ ਕਾਂਗਰਸ ਦੇ ਕਈ ਨੇਤਾਵਾਂ ਨੇ ਜਿਹੜਾ ਹੈ, ਜਿਵੇਂ ਕਿ ਜਵਾਹਰ ਲਾਲ ਨਹਿਰੂ ਸੀਗੇ, ਸੁਭਾਸ਼ ਚੰਦਰ ਬੋਸ ਸੀਗੇ, ਵੱਲਭ ਭਾਈ ਪਟੇਲ ਸੀਗੇ, ਉਹਨਾਂ ਨੇ ਜਿਹੜਾ ਗਾਂਧੀ ਜੀ ਦੀ ਬਹੁਤ ਸਖਤ ਨਿੰਦਿਆ ਕੀਤੀ ਅਤੇ ਇਹ ਕਿਹਾ ਕਿ ਇੱਕ ਰਾਜਨੀਤਿਕ ਨੇਤਾ ਦੇ ਰੂਪ ਵਿੱਚ ਜਿਹੜਾ ਹੈ ਗਾਂਧੀ ਜੀ ਅਸਫਲ ਹੋ ਗਏ। ਸੁਭਾਸ਼ ਚੰਦਰ ਬੋਸ ਨੇ ਕਿਹਾ ਸੀਗਾ ਕਿ ਗਾਂਧੀ ਜੀ ਨੇ ਪਿਛਲੇ 13 ਸਾਲਾਂ ਦੀ ਮਿਹਨਤ ਤੇ ਕੁਰਬਾਨੀਆਂ ਦੇ ਉੱਪਰ ਜਿਹੜਾ ਉਹ ਪਾਣੀ ਫੇਰ ਦਿੱਤਾ। ਇਸ ਅੰਦੋਲਨ ਨੂੰ ਮੁਲਤਵੀ ਕਰਨ ਨਾਲ ਜਿਹੜਾ ਹੈ ਕਈ ਪ੍ਰਭਾਵ ਪਏ, ਜਿਵੇਂ ਕਿ ਦੇਸ਼ ਦਾ ਜਿਹੜਾ ਮਨੋਬਲ ਘਟਿਆ ਅਤੇ ਰਾਸ਼ਟਰੀ ਅੰਦੋਲਨ ਜਿਹੜਾ ਉਹ ਠੱਪ ਹੋ ਗਏ। ਗਾਂਧੀ ਦੀ ਅਗਵਾਈ ਤੋਂ ਜਿਹੜਾ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਉੱਠ ਗਿਆ ਅਤੇ ਉਹ ਕਹਿ ਉੱਠੇ ਕਿ ਉਹਨਾਂ ਨੂੰ ਲੋਕਾਂ ਦੇ ਜੀਵਨ, ਧਨ ਅਤੇ ਜਾਇਦਾਦ ਨਾਲ ਜਿਹੜਾ ਉਹ ਖਿਲਵਾੜ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਹੈਗਾ। ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਵੀ ਜਿਹੜਾ ਹੈ ਗਾਂਧੀ ਦੀ ਅਤੇ ਕਾਂਗਰਸ ਦਾ ਜਿਹੜਾ ਸਨਮਾਨ ਉਹ ਘਟ ਗਿਆ। ਠੀਕ ਹੈ। ਮੰਨ ਲਓ ਭਾਵੇਂ ਆਪਾਂ ਇਹ ਕਹਿ ਸਕਦੇ ਹਾਂ ਕਿ ਅੰਦੋਲਨ ਜਿਹੜਾ ਹੈ ਉਹ ਭਾਰਤ ਨੂੰ ਆਜ਼ਾਦੀ ਤਾਂ ਨਹੀਂ ਦਿਲਵਾ ਸਕਿਆ, ਪਰ ਇਹ ਅੰਦੋਲਨ ਜਿਹੜਾ ਸੀਗਾ ਉਹ ਰਾਸ਼ਟਰੀ ਅੰਦੋਲਨ ਦੇ ਉੱਪਰ ਕੁਝ ਚੰਗੇ ਪ੍ਰਭਾਵ ਜਿਹੜਾ ਇਸ ਦੇ ਪਏ। ਸਰਕਾਰ ਨੇ ਇਸ ਅੰਦੋਲਨ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਇਸ ਕੰਮ ਵਿੱਚ ਬਿਲਕੁਲ ਅਸਮਰਥ ਰਹੀ। ਲੋਕਾਂ ਨੂੰ ਆਪਣੀ ਤਾਕਤ ਦਾ ਪਤਾ ਲੱਗ ਗਿਆ ਅਤੇ ਭਵਿੱਖ ਦੇ ਵਿੱਚ ਉਹਨਾਂ ਅੰਦਰ ਜਿਹੜਾ ਹੈ ਉਹ ਆਤਮ ਵਿਸ਼ਵਾਸ ਅਤੇ ਆਤਮ ਬਲੀਦਾਨ ਦੀ ਜਿਹੜੀ ਭਾਵਨਾ ਸੀ ਉਹ ਪੈਦਾ ਹੋਈ। ਠੀਕ ਹੈ ਜੀ। ਤੇ ਅੰਗਰੇਜ਼ਾਂ ਤੇ ਭਾਰਤੀਆਂ ਵਿਚਕਾਰ ਜਿਹੜਾ ਪਾੜਾ ਸੀਗਾ ਉਹ ਹੋਰ ਵੀ ਚੌੜਾ ਹੋ ਗਿਆ, ਉਹ ਵੀ ਵੱਧ ਗਿਆ। ਲੋਕਾਂ ਨੂੰ ਭਵਿੱਖ ਦੇ ਵਿੱਚ ਜਿਹੜਾ ਸਰਕਾਰ ਨਾਲ ਟੱਕਰ ਲੈਣ ਲਈ ਜਿਹੜਾ ਉਹ ਤਿਆਰ ਕੀਤਾ ਗਿਆ। ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਜੋ ਡੂੰਘੀਆਂ ਭਾਵਨਾਵਾਂ ਇਸ ਅੰਦੋਲਨ ਦੇ ਵਿੱਚ ਜ਼ੋਰ ਫੜ ਗਈਆਂ ਸੀਗੀਆਂ, ਉਹਨਾਂ ਨੂੰ ਜਿਹੜਾ ਹੈ ਦਿਲ ਤੋਂ ਕੱਢਿਆ ਨਹੀਂ ਜਾ ਸਕਦਾ ਸੀਗਾ ਲੋਕਾਂ ਦੇ। ਇਸ ਅੰਦੋਲਨ ਦੇ ਕਾਰਨ 1935 ਦਾ ਐਕਟ ਪਾਸ ਹੋਇਆ। ਇਸੇ ਅੰਦੋਲਨ ਦੇ ਕਾਰਨ ਹੀ ਪਾਸ ਹੋਇਆ ਸੀਗਾ 1935 ਦਾ ਐਕਟ, ਜਿਸ ਦੇ ਰਾਹੀਂ ਕੀ ਹੈ ਪ੍ਰਾਂਤਾਂ ਦੇ ਵਿੱਚ ਪੂਰੀ ਜ਼ਿੰਮੇਵਾਰ ਅਤੇ ਖੁਦ ਮੁਖਤਿਆਰ ਸ਼ਾਸਨ ਦੀ ਜਿਹੜੀ ਉਹ ਸਥਾਪਨਾ ਕੀਤੀ ਗਈ। ਤਾਂ ਇਹ ਸਾਰਾ ਆਪਾਂ ਪੜਿਆ ਸਿਵਲ ਨਾਫਰਮਾਨੀ ਅੰਦੋਲਨ ਬਾਰੇ। ਠੀਕ ਹੈ ਜੀ, ਕਿ ਕਿਸ ਤਰ੍ਹਾਂ ਇਹਦੀ ਜਿਹੜੀ ਸ਼ੁਰੂਆਤ ਕੀਤੀ ਗਈ ਅਤੇ ਕਿਸ ਤਰੀਕੇ ਨਾਲ ਇਹ ਜਿਹੜਾ ਹੌਲੀ-ਹੌਲੀ ਬਾਅਦ ਚ ਦਬ ਗਿਆ। ਤਾਂ ਇਹਨਾਂ ਦੇ ਵਿਚਕਾਰ ਜਦੋਂ ਆਪਾਂ ਇਹਨੂੰ ਡਿਟੇਲ ਦੇ ਵਿੱਚ ਕੋਈ ਸਟੱਡੀ ਕਰਦੇ ਹਾਂ ਤਾਂ ਆਪਾਂ ਨੂੰ ਇਹਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਸਿੰਗਲ ਲਾਈਨਾਂ ਨਿਕਲ ਕੇ ਆਉਂਦੀਆਂ ਨੇ, ਜਿਹੜੇ ਐਗਜ਼ਾਮਸ ਦੇ ਵਿੱਚ ਪੁੱਛਣੀਆਂ ਜਾਂਦੀਆਂ। ਆਪਾਂ ਅਗਰ ਆਬਜੈਕਟਿਵ ਟਾਈਪ ਕੁਐਸਚਨ ਪੜ੍ਹਦੇ ਹਾਂ ਤਾਂ ਕਈ ਵਾਰ ਆਪਣੇ ਦਿਮਾਗ 'ਚ ਜਿਹੜੀ ਗੱਲ ਨਹੀਂ ਬੈਠਦੀ ਜਾਂ ਆਪਣੇ ਭੁੱਲ ਜਾਂਦੇ ਹੌਲੀ। ਲੇਕਿਨ ਅਗਰ ਆਪਾਂ ਇੱਕ ਸਟੋਰੀ ਟਾਈਪ ਚੀਜ਼ ਨੂੰ ਪੜ੍ਹਿਆ ਹੁੰਦਾ ਤਾਂ ਆਪਾਂ ਨੂੰ ਜਿਹੜੀਆਂ ਗੱਲਾਂ ਉਹ ਸਟੋਰੀ ਵਾਈਜ਼ ਯਾਦ ਵੀ ਰਹਿ ਜਾਂਦੀਆਂ, ਤਾਂ ਉਹ ਡੇਟਾ ਵੀ ਯਾਦ ਰਹਿ ਜਾਂਦੀਆਂ ਆਪਾਂ ਨੂੰ। ਜੇ ਡੇਟ ਯਾਦ ਨਾ ਵੀ ਰਹੇ ਤਾਂ ਆਪਾਂ ਜਿਹੜਾ ਉਹ ਇਸ ਸਟੋਰੀ ਦੇ ਮਾਧਿਅਮ ਰਾਹੀਂ ਜਿਹੜਾ ਆਪਾਂ ਉਹਨੂੰ ਗੈਸ ਕਰਕੇ ਵੀ ਲਾ ਸਕਦੇ ਹਾਂ ਕਿ ਬਿਲਕੁਲ ਇਸ ਸਮੇਂ ਕਿਹੜੀ ਗੱਲ ਚੱਲ ਰਹੀ ਸੀ ਤੇ ਉਸ ਟਾਈਮ ਕਿਹੜਾ ਸਮਾਂ ਚੱਲ ਰਿਹਾ ਸੀਗਾ। ਤਾਂ ਇਹ ਸੀਗਾ ਆਪਣਾ ਸਿਵਲ ਨਾਫਰਮਾਨੀ ਅੰਦੋਲਨ ਦਾ ਜਿਹੜਾ ਆਰੰਭ। ਅਗਲੀ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਜੀ ਗਾਂਧੀ ਇਰਵਿਨ ਸਮਝੌਤੇ ਬਾਰੇ, ਕਿ ਉਸ ਸਮਝੌਤੇ ਦੇ ਵਿੱਚ ਕਿਹੜੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ। ਉਸ ਤੋਂ ਬਾਅਦ ਜਿਹੜੇ ਗੋਲਮੇਜ਼ ਸੰਮੇਲਨ ਹੋਏ
ਤਿੰਨੋਂ ਗੋਲਮੇਜ ਸੰਮੇਲਨ ਬਾਰੇ ਪੜਾਂਗੇ, ਕਿਉਂਕਿ ਇਹ ਗੋਲਮੇਜ ਸੰਮੇਲਨ ਦੇ ਵਿੱਚੋਂ ਜਿਹੜਾ ਕੁਐਸਚਨ ਕਾਫੀ ਸਾਰੇ ਬਣ ਕੇ ਆਉਂਦੇ ਨੇ। ਠੀਕ ਹੈ ਜੀ, ਤਾਂ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ। ਤਾਂ ਉਮੀਦ ਕਰਦਾ ਕਿ ਅੱਜ ਦਾ ਜਿਹੜਾ ਚੈਪਟਰ ਆਪਾਂ ਪੜਿਆ ਇਹ ਤੁਹਾਨੂੰ ਜਿਹੜਾ ਸਮਝ ਆਇਆ ਹੋਊਗਾ। ਠੀਕ ਹੈ ਜੀ, ਜਿਹੜੀ ਗੱਲ ਤੁਹਾਨੂੰ ਨਾ ਸਮਝ ਆਏ ਥੋੜਾ ਜਿਹਾ ਤੁਸੀਂ ਜਿਹੜਾ ਇਸ ਵੀਡੀਓ ਨੂੰ ਰਿਪੀਟ ਕਰਕੇ ਦੇਖ ਲੈਣਾ। ਇੱਕ ਦੋ ਵਾਰੀ ਤੁਸੀਂ ਦੇਖੋਗੇ ਤਾਂ ਤੁਹਾਨੂੰ ਜਿਹੜਾ ਸਾਰਾ ਸਿਨੈਰੀਓ ਤੁਹਾਨੂੰ ਯਾਦ ਹੋ ਜਾਏਗਾ ਜੀ। ਠੀਕ ਹੈ ਜੀ, ਸੋ ਮਿਲਦੇ ਹਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਜੀ। ਧੰਨਵਾਦ।